हर खबर की पुणछाण करके उसकी तह तक पहुंचदा, हर एक खबर पिछे चलदी असल कहानी दा सच सामने लेके आउंदा, 7 दिन रह गए राजनीति दी हरेक रणनीति तो जाणू करवाउंदा, सिस्टम विच पसरे भ्रिष्टाचार नूं उजागर करदा, धन कुबेरा गैर समाजी तत्तां प्रशासनिक अधिकारियां ते सियासतदानां दे गठजोड़ दा पर्दाफाश करदा, तत्थां सहित सही ਅਤੇ ਸਟੀਕ ਵਿਸ਼ਲੇਸ਼ਣ ਪੇਸ਼ ਕਰਦਾ। ਇਹ ਹੈ ਟੀਵੀ ਪੰਜਾਬੀ ਦੁਨੀਆ, ਆਪਣੀ ਬੋਲੀ ਆਪਣਾ ਮਾਣ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਮੈਂ ਇੱਥੇ ਸਟੂਡੀਓ ਤੋਂ ਹਰਜੀਤ ਸਿੰਘ ਗਿੱਲ ਤੇ ਮੇਰੇ ਨਾਲ ਡਾਕਟਰ ਰਣਵੀਰ ਸ਼ਾਰਦਾ ਜੁੜ ਗਏ ਨੇ। ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜੀ ਸਭ ਤੋਂ ਸਾਡੇ ਲਈ ਇੰਪੋਰਟੈਂਟ ਖਬਰ ਹੈ ਔਰ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸਾਡੇ ਕੈਨੇਡੀਅਨ ਵਾਸਤੇ, ਉਹ ਹੈ ਸਾਡੀ ਇਲੈਕਸ਼ਨ ਨੂੰ ਲੈ ਕੇ ਇਸ ਵਾਰ ਬਹੁਤ ਜ਼ਿਆਦਾ ਉਤਸ਼ਾਹ ਨਜ਼ਰ ਨਹੀਂ ਸੀ ਆ ਰਿਹਾ, ਪਰ ਫਿਰ ਵੀ ਜਿਹੜੀ ਇਲੈਕਸ਼ਨ ਹੈ ਉਹ ਇਲੈਕਸ਼ਨ ਹੁੰਦੀ ਆ। ਇਲੈਕਸ਼ਨ ਨੇ ਬਹੁਤ ਕੁਝ ਤੈਅ ਕਰਨਾ ਹੁੰਦਾ। ਆਉਣ ਵਾਲੇ 4 ਸਾਲ ਲਈ ਸਾਨੂੰ ਇੱਕ ਐਸੀ ਸਰਕਾਰ ਦੇਣੀ ਹੁੰਦੀ ਆ ਜਿਹਦੇ ਤੋਂ ਅਸੀਂ ਬਹੁਤ ਸਾਰੀਆਂ ਉਮੀਦਾਂ ਰੱਖਦੇ ਹਾਂ। ਪਿਛਲੀ ਵਾਰ ਜਿਸ ਤਰੀਕੇ ਨਾਲ ਲਗਾਤਾਰ 2 ਟਰਮਾਂ ਦੇ ਵਿੱਚ ਟਰੂਡੋ ਸਾਹਿਬ ਹਰਾਂ ਦੀ ਝੰਡੀ ਕਹੀ ਜਾ ਸਕਦੀ ਹੈ ਕਿ ਜਿਹਨੂੰ ਵੀ ਖੜਾ ਕੀਤਾ ਉਹ ਹੀ ਵਿਨ ਕਰ ਜਾਂਦਾ ਰਿਹਾ, ਭਾਵੇਂ ਮਿਨੋਰਟੀ ਸਰਕਾਰ ਬਣੀ ਸੀ, ਪਰ ਬੜਾ ਜਿਹੜਾ ਇਹ ਪੀਰੀਅਡ ਸੀਗਾ, ਇਹ ਔਖਾ ਪੀਰੀਅਡ ਸੀਗਾ ਸਾਰੀ ਦੁਨੀਆ ਵਾਸਤੇ, ਉਹ 'ਚੋਂ ਅਸੀਂ ਵੀ ਲੰਘੇ ਹਾਂ। ਬਹੁਤ ਸਾਰਾ ਕ੍ਰਿਟਿਸਿਜ਼ਮ ਵੀ ਹੋਇਆ, ਬਹੁਤ ਸਾਰੀਆਂ ਉਹਨਾਂ ਨੂੰ ਐਪਰੀਸ਼ੀਏਸ਼ਨ ਵੀ ਮਿਲੀਆਂ ਕਿ ਉਹਨਾਂ ਨੇ ਚੰਗੇ ਢੰਗ ਨਾਲ ਉਹਨੂੰ ਕੀਤਾ। ਕੁਝ ਲੋਕਾਂ ਦਾ ਕਹਿਣਾ ਹੈ ਕਿ ਨਹੀਂ ਜੀ, ਬਹੁਤ ਜ਼ਿਆਦਾ ਪੈਸਾ ਜਿਹੜਾ ਉਹ ਬਰਬਾਦ ਕਰ ਦਿੱਤਾ, ਸਾਡੇ ਮੁਲਕ ਦੇ ਉੱਤੇ ਬਹੁਤ ਬੋਝ ਪੈ ਗਿਆ। ਬਹੁਤ ਸਾਰੇ ਸਵਾਲ ਸੀ ਜਿਹੜੇ ਹੁਣ ਸਿਲੈਕਸ਼ਨ ਸੀਗੇ, ਪਰ ਮੈਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ ਉਹ ਬਹੁਤ ਸਾਰੇ ਸਵਾਲ ਜਿਹੜੇ ਉਹ ਐਡਰੈਸ ਨਹੀਂ ਹੋ ਰਹੇ। ਥੋੜ੍ਹੀਆਂ ਜਿਹੀਆਂ ਗੱਲਾਂ ਹੀ ਨੇ ਜਿਨ੍ਹਾਂ ਦੁਆਲੇ ਗੱਲਬਾਤ ਸਾਰੀ ਚੱਲ ਰਹੀ ਆ। ਸੋ ਡਾਕਟਰ ਸ਼ਾਰਦਾ ਹੋਰਾਂ ਕੋਲ ਜਾਣਾਂਗੇ ਕਿ ਅਸਲ ਵਿੱਚ ਇਲੈਕਸ਼ਨ ਦੇ ਵਿੱਚ ਉਹ ਕਿਸ ਤਰ੍ਹਾਂ ਦੇਖ ਰਹੇ ਨੇ ਕਿ ਇਲੈਕਸ਼ਨ ਜਿਹੜੀ ਆ, ਬਹੁਤ ਸਾਰੇ ਜਿਹੜੇ ਐਕਸਪਰਟ ਨੇ ਉਹ ਕਹਿ ਰਹੇ ਬੜੀ ਕੁਆਇਟ ਹੈ, ਬੜੀ ਠੰਡੀ ਇਲੈਕਸ਼ਨ ਹੈ। ਤੇ ਡਿਬੇਟਾਂ ਬਾਰੇ ਵੀ ਇਸ ਤਰ੍ਹਾਂ ਹੀ ਕਿਹਾ ਗਿਆ ਹੈ ਕਿ ਐਤਕੀ 2 ਫ੍ਰੈਂਚ 'ਚ ਹੋਈਆਂ, 1 ਇੰਗਲਿਸ਼ 'ਚ ਹੋਈ, ਔਰ ਜਿਹੜੀਆਂ ਡਿਬੇਟ ਨੇ ਉਹ ਵੀ ਕੋਈ ਬਹੁਤ ਜ਼ਿਆਦਾ ਇੰਪੈਕਟ ਲੋਕਾਂ ਤੇ ਨਹੀਂ ਪਾ ਸਕਦੀਆਂ ਜਿੰਨਾਂ ਲੋਕਾਂ ਨਾਲ ਮੈਂ ਗੱਲ ਕੀਤੀ। ਡਾਕਟਰ ਸਾਹਿਬ ਪਹਿਲੇ ਦਿਨ ਮੇਰੇ ਨਾਲ ਨੇ ਡਿਬੇਟ ਤੋਂ ਬਾਅਦ, ਉਹਨਾਂ ਕੋਲੋਂ ਜਾਣਕਾਰੀ ਲਵਾਂਗੇ ਕਿਉਂਕਿ ਉਹ ਬਹੁਤ ਬਰੀਕੀ ਨਾਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖਦੇ ਆ। ਸੋ ਡਾਕਟਰ ਸਾਹਿਬ ਪਹਿਲਾਂ ਤਾਂ ਤੁਹਾਡਾ ਸਵਾਗਤ ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ ਤੁਹਾਡਾ ਔਰ ਜੋਤੀ ਹੀਰਾਂ ਦੋਨਾਂ ਦਾ ਜੀ। ਸਾਡੀ ਅਗਰ ਉਹ ਪ੍ਰੋਡਕਸ਼ਨ ਇੰਚਾਰਜ ਨਾ ਹੋਵੇ ਤੇ ਤੁਸੀਂ ਤੇ ਮੈਂ ਟੀਵੀ ਦੇ ਅੱਗੇ ਸ਼ਾਇਦ ਨਾ ਬੈਠ ਸਕੀਏ, ਪਰ ਐਨੀਵੇ ਪਹਿਲਾਂ ਤਾਂ ਮੈਂ ਤੁਹਾਡੇ ਨਾਲ ਥੋੜਾ ਕੁ ਡਿਸਐਗਰੀ ਕਰਦਾ ਕਿ ਇਹਨਾਂ ਨੇ ਬਹੁਤ ਕੰਮ ਕੀਤਾ ਆਪਣੇ ਡਿਊਰਿੰਗ ਪੈਂਡੈਮਿਕ। ਇਹਨੇ ਇਕੱਲੇ ਟਰੂਡੋ ਸਾਹਿਬ ਨੇ ਨਹੀਂ ਕੀਤਾ, ਇਹ ਕੰਮ ਸਾਰੀਆਂ ਪਾਰਟੀਆਂ ਨੇ ਮਿਲ ਕੇ ਕੀਤਾ। ਹਾਂਜੀ, ਜਿਹੜਾ ਵੀ ਬਜਟ, ਜਿਹੜਾ ਵੀ ਬਿੱਲ ਆਇਆ, ਜੋ ਕੁਝ ਵੀ ਆਇਆ, ਉਹ ਸਾਰੀਆਂ ਪਾਰਟੀਆਂ ਨਾਲ ਮਿਲ ਕੇ ਆਇਆ ਸੀਗਾ। ਹਾਂਜੀ, ਕੋਈ ਇਕੱਲਾ ਨਹੀਂ ਸੀ ਆਇਆ, ਬਲਕਿ ਜਦੋਂ ਸ਼ੁਰੂ ਦੇ ਵਿੱਚ ਬਿੱਲ ਆਇਆ ਸੀ ਉਦੋਂ ਟਰੂਡੋ ਸਾਹਿਬ ਨੇ CERB ਜਿਹੜੀ ਹੈ ਉਹ ਸਿਰਫ $900 ਮਹੀਨੇ ਦੀ ਆਫਰ ਕੀਤੀ ਸੀ। ਫਿਰ NDP ਦੇ ਜਗਮੀਤ ਸਿੰਘ ਹਰਾਂ ਨੇ ਪ੍ਰੈਸ਼ਰ ਪਾਇਆ ਔਰ ਉਹਨੂੰ ਫਿਰ 2000 ਕੀਤਾ ਗਿਆ। ਸੋ ਇਹ ਕਿਉਂਕਿ ਮਾਈਨੋਰਿਟੀ ਗਵਰਨਮੈਂਟ ਸੀਗੀ, ਇਸ ਕਰਕੇ ਮਿਲ ਕੇ ਸਾਰੇ ਕੰਮ ਜਿਹੜੇ ਨੇ ਉਹ ਕੀਤੇ ਗਏ ਨੇ, ਨਾਟ ਓਨਲੀ ਡਿਊ ਟੂ ਟਰੂਡੋ। ਖੈਰ ਐਨੀਵੇ ਜਿਹੜਾ ਪ੍ਰਾਈਮ ਮਿਨਿਸਟਰ ਹੁੰਦਾ ਉਹਨੂੰ ਫਿਰ ਅਲਟੀਮੇਟਲੀ ਕ੍ਰੈਡਿਟ ਮਿਲਦਾ, ਕ੍ਰੈਡਿਟ ਉਹਨੂੰ ਵੀ ਮਿਲਦਾ ਸੀ। ਹਾਂਜੀ, ਚੰਗੇ ਦਾ ਵੀ ਡਾਕਟਰ ਸਾਹਿਬ ਤੇ ਬੁਰੇ ਦਾ ਵੀ, ਦੋਨੇ ਚੀਜ਼ਾਂ ਦਾ ਮਿਲਣਾ ਹੀ ਮਿਲਣਾ ਹੁੰਦਾ ਜੀ ਲੀਡਰ ਨੂੰ। ਤਾਂ ਦੂਜੀ ਐਤਕੀ ਮੈਂ ਇਲੈਕਸ਼ਨ 'ਚ ਦੇਖਿਆ ਪਹਿਲੀ ਵਾਰੀ ਜਸਟਿਨ ਟਰੂਡੋ has always remained a cool person, लेकिन as election ਦੇ ਵਿੱਚ I have seen him and he raising his voice, I have seen him getting angry, I have seen him speaking like a shouting boy. So ਉੱਥੋਂ ਉਹਨਾਂ ਨੂੰ ਪਤਾ ਲੱਗਦਾ ਸੀਗਾ, ਕਿਉਂਕਿ ਪਿਛਲੇ 3-4 ਹਫ਼ਤੇ ਤੋਂ ਲਗਾਤਾਰ ਉਹਨਾਂ ਦੀਆਂ ਜਿਹੜੀਆਂ ਸਰਵੇ ਦੀਆਂ ਰਿਪੋਰਟਾਂ ਆ ਰਹੀਆਂ ਸੀ ਉਹ ਚੰਗੀਆਂ ਨਹੀਂ ਸੀ ਆ ਰਹੀਆਂ। ਲੇਕਿਨ ਹੁਣ ਜਿਹੜੀ ਰਿਪੋਰਟ ਅੱਜ ਆਈ ਹੈ, ਕੱਲ੍ਹ ਨੂੰ ਉਹ ਬਦਲ ਜਾਏ ਨਾ ਬਦਲ ਜਾਏ ਅਜੇ ਨਹੀਂ ਪਤਾ। ਉਹਦੇ ਵਿੱਚ ਪਹਿਲੀ ਵਾਰੀ ਜਸਟਿਨ ਟਰੂਡੋ ਨੇ ਦੀ ਲਿਬਰਲ ਪਾਰਟੀ ਨੇ ਚੜ੍ਹਤ ਜਿਹੜੀ ਹੈ ਉਹ ਹਾਸਲ ਕੀਤੀ ਹੈ। ਉਹ ਸਿਰਫ ਮੈਂ ਸਮਝਦਾ ਲਿਬਰਲ ਪਾਰਟੀ ਦੀ ਵਜ੍ਹਾ ਕਰਕੇ ਨਹੀਂ ਹੋਈ, ਉਹ ਬਹੁਤ ਉਹਦੇ ਪਿੱਛੇ 2 ਮੇਨ ਕਾਰਨ ਨੇ। ਇੱਕ ਕਾਰਨ ਤਾਂ ਇਹ ਹੈ ਕਿ NDP ਦਾ ਜਿਹੜਾ ਵੋਟਰ ਆ, NDP ਦਾ ਗ੍ਰਾਫ ਥੱਲੇ ਗਿਆ ਪਿਛਲੇ 6 ਹਫ਼ਤੇ ਦੇ ਵਿੱਚ। ਹਾਂਜੀ, ਹੁਣ ਅੱਜ ਦੇ ਪੋਲ ਦੇ ਮੁਤਾਬਕ 2% ਥੱਲੇ ਗਿਆ। ਉਹ ਜਿਹੜਾ ਗ੍ਰਾਫ ਥੱਲੇ ਗਿਆ ਨਾ, ਉਹ ਜਿਹੜੇ ਵੋਟਰ ਸੀਗੇ ਉਹਨਾਂ ਨੇ ਪਰਹੈਪਸ ਇਹ ਡਿਸਾਈਡ ਕੀਤਾ ਕਿ ਜਗਮੀਤ ਸਿੰਘ ਨੇ ਤਾਂ ਪ੍ਰਾਈਮ ਮਿਨਿਸਟਰ ਬਣਨਾ ਨਹੀਂ, ਕਮ ਸੇ ਕਮ ਅਸੀਂ ਆਪਣੀ ਵੋਟ ਜਿਹੜੀ ਉਹਨੂੰ ਖਰਾਬ ਨਾ ਕਰਦੇ ਹੋਏ, ਜਿੱਥੋਂ ਕੈਂਡੀਡੇਟ ਨਹੀਂ ਜਿੱਤ ਰਿਹਾ
ਉਹ ਲਿਬਰਲ ਪਾਰਟੀ ਨੂੰ ਤੁਰ ਪਏ। ਹੁਣ ਕੰਜ਼ਰਵੇਟਿਵ ਪਾਰਟੀ ਨੂੰ ਦੋ ਕਿਸਮ ਦੀ ਮਾਰ ਖਾਣੀ ਪਈ ਹੈ। ਪਹਿਲੀ ਮਾਰ ਉਹਨਾਂ ਨੇ ਖਾਧੀ ਹੈ ਵੈਕਸੀਨ ਦੇ ਉੱਪਰ, ਔਰ ਅੱਜ ਤੱਕ ਖਾ ਰਹੇ ਨੇ। ਕੰਜ਼ਰਵੇਟਿਵ ਨੂੰ ਹਰਾਉਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ, ਉਹ ਆਪ ਹੀ ਹਾਰ ਜਾਂਦੇ ਨੇ। ਉਹਨਾਂ ਨੇ ਕੋਈ ਨਾ ਕੋਈ ਮੂਰਖਤਾ ਦਾ ਕੰਮ ਕਰਨਾ ਹੁੰਦਾ, ਭਾਵੇਂ ਸਟੇਟ ਵਿੱਚ ਹੋਣ ਹਾਂਜੀ, ਭਾਵੇਂ ਉਹ ਸੈਂਟਰ ਦੇ ਵਿੱਚ ਹੋਣ, ਉਹ ਮੂਰਖਤਾ ਦੇ ਨਾਲ ਹੀ ਹਾਰ ਜਾਂਦੇ ਨੇ। ਔਰ ਉਹ ਜਿਹੜੀ ਮੂਰਖਤਾ ਇਹਨਾਂ ਨੇ ਕੀਤੀ ਹੈ ਦੋ, ਹਾਂਜੀ, ਇੱਕ ਤੇ ਕੀਤੀ ਵੈਕਸੀਨ ਦੇ ਉੱਪਰ, ਔਰ ਦੂਜੀ ਜਿਹੜੀ ਸਭ ਤੋਂ ਵੱਡੀ ਉਹਨਾਂ ਨੇ ਮੂਰਖਤਾ ਕੀਤੀ ਹੈ, ਉਹ ਕੀਤੀ ਹੈ ਚਾਈਲਡ ਹਾਂਜੀ ਆਪਣੇ ਜਿਹੜੇ ਚਾਈਲਡ ਸਕੂਲ ਕੇ ਹੁੰਦੇ ਨੇ ਹਾਂਜੀ ਹਾਂਜੀ, ਜਿਹੜੇ ਮਤਲਬ ਸਕੂਲ ਹੁੰਦੇ ਨੇ, ਉਹਨਾਂ ਦੇ ਉੱਪਰ ਉਹਨਾਂ ਨੇ ਬੜੀ ਵੱਡੀ ਮਿਸਟੇਕ ਕੀਤੀ ਹੈ। ਡਾਕਟਰ ਸਾਹਿਬ ਤੁਸੀਂ 10 ਡਾਲਰ ਪਰ ਡੇ ਵਾਲੀ ਸਕੀਮ ਜਿਹੜੀ ਦੀ ਗੱਲ ਹੋ ਰਹੀ ਉਹਦੇ ਤੇ ਨਹੀਂ, ਹਾਂ, ਉਹ ਲਿਬਰਲ ਦੀ ਹੈ ਹਾਂਜੀ। ਹਾਂਜੀ, ਔਰ ਉਹਨੂੰ ਇਹਨਾਂ ਨੇ ਐਨਡੀਪੀ ਵਾਲਿਆਂ ਨੇ ਵੀ ਨਾ ਸਪੋਰਟ ਕੀਤਾ ਹੈ। ਉਹ ਹਾਂਜੀ। $10 ਟਰੂਡੋ ਲੈ ਕੇ ਆਇਆ ਕਿ ਅਸੀਂ $10 ਦੀ ਜਿਹੜੀ ਹੈ ਡੇ। ਅੱਛਾ, ਹੁਣ $10 ਦਾ ਮਤਲਬ ਇਹ ਹੁੰਦਾ ਕਿ 20 ਦਿਨ ਬੱਚਾ ਗਿਆ, ਚਲੋ $200। ਅੱਜ ਦੇ ਜ਼ਮਾਨੇ 'ਚ 1300 ਤੋਂ ਲੈ ਕੇ $2000 ਤੱਕ ਬੱਚੇ ਦੇ ਦੇਣੇ ਪੈਂਦੇ ਨੇ ਹਾਂਜੀ, ਕਿੰਡਰਗਾਰਟਨ ਦੇ ਵਿੱਚ ਇੰਨਾ ਪੈਸਾ ਲੱਗਦਾ। ਹੂੰ ਸੋ $10 ਦਾ ਜਿਹੜਾ ਹੈ ਇਹ ਬੜਾ ਵੱਡਾ ਇੱਕ ਮੈਂ ਸਮਝਦਾ ਇਨੀਸ਼ੀਏਟਿਵ ਹੈ। ਨੰਬਰ 2 ਹਾਂਜੀ, ਜਿਹੜੇ ਵੈਕਸੀਨ ਦੇ ਬਾਰੇ ਅੱਜ ਉਹ ਕਨਫਿਊਜ਼ ਨੇ। ਦੇਖੋ, ਅੱਜ ਵੈਕਸੀਨ ਦੇ ਬਾਰੇ ਦੋ ਲੀਡਰਾਂ ਦੇ ਬੜੇ ਜ਼ਬਰਦਸਤ ਬਿਆਨ ਆਏ ਕਿ ਜਿਹੜੇ ਲੋਕ ਜਿਨ੍ਹਾਂ ਦੇ ਸਿਰ ਫਿਰੇ ਹੋਏ ਲੋਕ ਨੇ, ਜਿਨ੍ਹਾਂ ਨੂੰ ਇਹ ਅਕਲ ਨਹੀਂ ਹੈਗੀ ਕਿ ਅਗਰ ਤੁਸੀਂ ਪ੍ਰੋਟੈਸਟ ਕਰਨਾ ਤੇ ਤੁਸੀਂ ਗੌਰਮੈਂਟ ਦੇ ਡਿਪਾਰਟਮੈਂਟ ਦੇ ਅੱਗੇ ਜਾ ਕੇ ਕਰੋ। ਅਗਰ ਤੁਸੀਂ ਐਂਟੀ ਵੈਕਸੀਨ ਬੰਦੇ ਹੋ, ਤੁਸੀਂ ਹਸਪੀਟਲਾਂ ਦੇ ਅੱਗੇ ਜਾ ਕੇ ਹਸਪੀਟਲਾਂ ਨੂੰ ਰੋਕ ਦਿੰਦੇ ਹੋ। ਉੱਥੇ ਐਮਰਜੈਂਸੀ ਪੇਸ਼ੈਂਟ ਨੇ ਜਾਣਾ ਹੁੰਦਾ, ਉੱਥੋਂ ਐਂਬੂਲੈਂਸਿਸ ਬਾਹਰ ਆਉਣੀਆਂ ਹੁੰਦੀਆਂ ਨੇ, ਉੱਥੇ ਡਾਕਟਰਸ, ਨਰਸਿਸ, ਹੋਰ ਹੈਲਥ ਵਰਕਰ ਜਿਹੜੇ ਨੇ ਉਹਨਾਂ ਨੇ ਕੰਮ ਕਰਨ ਲਈ ਅੰਦਰ ਜਾਣਾ ਹੁੰਦਾ। ਜਦੋਂ ਤੁਸੀਂ ਉਹਨਾਂ ਨੂੰ ਰੋਕਦੇ ਹੋ ਤੇ ਇਹ ਸਭ ਤੋਂ ਭੈੜੀ ਚੀਜ਼ ਸਮਝੀ ਜਾਂਦੀ ਹੈ। ਲੇਕਿਨ ਉਹਦਾ ਅੱਜ ਜਿਸ ਢੰਗ ਦੇ ਨਾਲ ਕ੍ਰਿਟਿਸਿਜ਼ਮ ਹਾਂਜੀ ਟਰੂਡੋ ਨੇ ਔਰ ਜਗਮੀਤ ਸਿੰਘ ਨੇ ਕੀਤਾ ਕਿ ਅਸੀਂ ਬੜੇ ਸਖਤ ਕਾਨੂੰਨ ਲੈ ਕੇ ਆਵਾਂਗੇ, ਅਸੀਂ ਅਲਾਉ ਨਹੀਂ ਕਰ ਸਕਦੇ ਕਿ ਹੈਲਥ ਜਿਹੜੀ ਹੈ ਉਹਦੇ ਉੱਪਰ ਕੋਈ ਇਫੈਕਟ ਪਵੇ। ਲੇਕਿਨ ਕੰਜ਼ਰਵੇਟਿਵ ਪਾਰਟੀ ਦਾ ਹੁਣ ਤੱਕ ਲਾਸਟ ਜਦੋਂ ਮੈਂ ਇੱਥੇ ਆ ਕੇ ਬੈਠਾ ਉਦੋਂ ਤੱਕ ਬਿਆਨ ਨਹੀਂ ਆਇਆ। ਸੋ ਇਹ ਮਾਰ ਆਪਣੀ ਆਪ ਹੀ, ਇੱਕ ਹੁੰਦਾ ਨਾ ਇੱਕ ਕੁਲਾੜੀ ਉੱਪਰ ਪੈਰ ਵੱਜ ਗਿਆ, ਇੱਕ ਹੁੰਦਾ ਕੁਲਾੜੀ ਪੈਰ ਤੇ ਮਾਰ ਦਿੱਤੀ। ਤੋ ਇਹਨਾਂ ਨੂੰ ਬੜਾ ਸ਼ੌਕ ਹੈ ਕੁਲਾੜੀਆਂ ਪੈਰਾਂ ਦੇ ਉੱਪਰ ਮਾਰਨ ਦਾ, ਐਂਡ ਦੈਟਸ ਵਾਟ ਹੀ ਹੈਜ਼ ਡਨ। ਉਹਦੀ ਬੜੀ ਅੱਛੀ ਰੇਸ ਚੱਲ ਰਹੀ ਸੀ, ਲੇਕਿਨ ਇਹ ਦੋ ਤਿੰਨ ਮੂਰਖਤਾ ਜਿਹੜੀਆਂ ਕੀਤੀਆਂ ਨੇ ਹਾਂਜੀ ਅਟੋਲ ਨੇ, ਇਹਦਾ ਭਾਣਾ ਉਹਨੂੰ ਹੁਣ ਇਲੈਕਸ਼ਨ ਦੇ ਵਿੱਚ ਬੜਾ ਜ਼ਬਰਦਸਤ ਮਿਲੇਗਾ। ਅੱਜ ਦੇ ਲੇਟੈਸਟ ਜਿਹੜੇ ਸਰਵੇ ਨੇ, ਅੱਜ ਦੀ ਮੈਂ ਹੁਣੇ ਗੱਲ ਕਰ ਰਿਹਾ, 125 ਸੀਟਾਂ ਮਿਲ ਰਹੀਆਂ ਲਿਬਰਲ ਨੂੰ, 118 ਸੀਟਾਂ ਮਿਲ ਰਹੀਆਂ ਨੇ ਹਾਂਜੀ ਆਪਣੇ ਕੰਜ਼ਰਵੇਟਿਵ ਨੂੰ, ਕੰਜ਼ਰਵੇਟਿਵ ਨੂੰ, 29 ਸੀਟਾਂ ਮਿਲ ਰਹੀਆਂ ਨੇ ਨਹੀਂ 35 ਸੀਟਾਂ ਮਿਲ ਰਹੀਆਂ ਨੇ ਐਨਡੀਪੀ ਨੂੰ, 29 ਸੀਟਾਂ ਮਿਲ ਰਹੀਆਂ ਨੇ ਪਾਰਟੀ ਕਿਊਬਿਕਾ ਨੂੰ। ਜਿਹੜੀ ਪੀਪੀ ਪਾਰਟੀ ਹੈ, ਜਿਹਨੂੰ ਪੀਪਲਜ਼ ਪਾਰਟੀ ਕਹਿੰਦੇ ਆ, ਉਹ ਬੇਸਿਕਲੀ ਕੰਜ਼ਰਵੇਟਿਵ ਵੋਟ ਆ। ਅੱਜ ਉਹ 6% 6.6 ਤੇ ਆ ਗਏ ਨੇ, ਜਿਹਦਾ ਬਰਨੀਅਰ ਜਿਹੜਾ ਹੈ ਉਹ ਲੀਡਰ ਹੈ। ਇਹ 6.6% ਜਿਹੜੀ ਹੈ ਇੱਕ ਕੰਜ਼ਰਵੇਟਿਵ ਵੋਟ ਹੈ। ਅਗਰ ਉਹੀ 6.6% ਉਹ ਨਾ ਖੜੇ ਹੁੰਦੇ ਤੇ ਕੰਜ਼ਰਵੇਟਿਵ ਅੱਜ ਮੈਜੋਰਟੀ ਲੈ ਕੇ ਚਲੇ ਜਾਂਦੇ। ਲੇਕਿਨ ਹਿੰਦੁਸਤਾਨ ਔਰ ਇੱਥੇ ਕੈਨੇਡਾ 'ਚ ਬਹੁਤਾ ਫਰਕ ਨਹੀਂ ਹੈਗਾ। ਇੱਥੇ ਵੀ ਇੱਕ ਦੂਜੇ ਦੀਆਂ ਲੱਤਾਂ ਕੱਟਣ ਲਈ ਬੜੇ ਲੋਕ ਹੁੰਦੇ ਨੇ, ਇੱਥੇ ਵੀ ਉਹਨਾਂ ਨੂੰ ਇਨਸੈਂਟਿਵ ਦਿੱਤੇ ਜਾਂਦੇ ਨੇ। ਕੁਛ ਲੋਕ ਤਾਂ ਇਹ ਕਹਿੰਦੇ ਨੇ ਕਿ ਉਹਨਾਂ ਨੂੰ ਬਕਾਇਦਾ ਪੈਸੇ ਦੇ ਕੇ ਉਹਨਾਂ ਦੇ ਕੈਂਡੀਡੇਟ ਜਿਹੜੇ ਨੇ ਖੜੇ ਕਰਵਾਏ ਜਾਂਦੇ ਨੇ। ਪਰ ਡਾਕਟਰ ਸਾਹਿਬ ਚਲੋ ਉਹ ਇੱਕ ਵੱਖਰਾ ਵਿਸ਼ਾ। ਅੱਜ ਆਪਾਂ ਪਹਿਲਾਂ ਮੈਂ ਥੋੜਾ ਜਿਹਾ ਤੁਹਾਡੇ ਨਾਲ ਫੇਰ ਇੱਕ ਵਾਰੀ ਵੇਖਾਂ, ਆਪਾਂ ਉੱਤੇ ਦੁਬਾਰਾ ਆਉਂਦੇ ਹਾਂ। ਮੈਂ ਅੱਜ ਕੁਝ ਏਰੀਅਲ ਪਿਕਚਰਸ ਵੇਖੀਆਂ ਨੇ ਹਸਪਤਾਲਾਂ ਦੇ ਬਾਹਰ ਦੀਆਂ, ਜਿੱਥੇ ਜਿਹੜੇ ਪ੍ਰੋਟੈਸਟ ਹੋ ਰਹੇ ਨੇ। ਇਹਦਾ ਵਾਕਿਆ ਹੀ ਬੜਾ ਬੈਡ ਇੰਪੈਕਟ ਪਏਗਾ। ਇਹਨੂੰ ਲੈ ਕੇ ਜਿਹੜੇ ਆਮ ਕੈਨੇਡੀਅਨ ਸਿਟੀਜ਼ਨ ਨੇ ਉਹ ਕੀ ਸੋਚਦੇ ਨੇ? ਪੋਲੀਟੀਕਲ ਪਾਰਟੀਆਂ ਤੇ ਜੋ ਕਹਿੰਦੀਆਂ ਹੁੰਦੀਆਂ ਨੇ ਆਪਣੇ ਇੰਟਰਸਟ ਵਾਸਤੇ ਉਹਨਾਂ ਕਹਿਣਾ ਹੀ ਆ। ਅੱਜ ਮੈਂ ਬਹੁਤ ਸਾਰੀਆਂ ਤਸਵੀਰਾਂ ਵੇਖੀਆਂ ਨੇ ਆਪਣੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਪੇਪਰਸ ਨੇ ਉਹਨਾਂ ਨੇ ਏਰੀਅਲ ਤਸਵੀਰਾਂ ਲਾਈਆਂ ਨੇ ਉੱਪਰੋਂ ਜਹਾਜ਼ ਤੋਂ ਖਿੱਚ ਕੇ, ਕਿ ਕਿਸ ਤਰ੍ਹਾਂ ਹਸਪਤਾਲਾਂ ਦੇ ਬਾਹਰ ਜਿਹੜਾ ਪ੍ਰੋਟੈਸਟ ਕਰ ਰਹੇ ਲੋਕ ਨੇ ਇਹ ਕੀ ਚਾਹੁੰਦੇ ਕੀ ਨੇ, ਔਰ ਇਹਦਾ ਕੀ ਇੰਪੈਕਟ ਜਿਹੜਾ ਆਮ ਲੋਕਾਂ ਤੇ ਪਏਗਾ ਤੁਸੀਂ ਸਮਝਦੇ ਹੋ? ਇਹ ਐਕਸਟ੍ਰੀਮ ਰਾਈਟਿਸਟ ਲੋਕ ਨੇ ਹਾਂਜੀ, ਇਹ ਸਾਰੇ ਦੇ ਸਾਰੇ ਟਰੰਪ ਦੇ ਚੇਲੇ ਨੇ, ਔਰ ਇਹ ਨਹੀਂ ਚਾਹੁੰਦੇ ਕਿ ਅਸੀਂ ਵੈਕਸੀਨ ਜਿਹੜੀ ਹੈ ਸਾਨੂੰ ਕੰਪੈਲ ਕੀਤੀ ਜਾਏ। ਇਹ ਕਹਿੰਦੇ ਨੇ ਕਿ ਜਿਹੜੀ ਮੈਂਡੇਟਰੀ
ਕੀਤੀ ਗਈ ਹੈ ਸਕੂਲਾਂ 'ਚ, ਕਾਲਜਾਂ 'ਚ, ਯੂਨੀਵਰਸਿਟੀਆਂ ਦੇ ਵਿੱਚ, ਇਹ ਨਾ ਕੀਤੀਆਂ ਜਾਣ, ਇਹਨਾਂ ਨੂੰ ਬੰਦ ਕੀਤਾ ਜਾਏ। ਹਾਂਜੀ, ਔਰ ਸਾਡੀ ਮਰਜ਼ੀ ਅਸੀਂ ਲਵਾਈਏ ਨਾ ਲਵਾਈਏ, ਇਹ ਮੈਂ ਸਮਝਦਾ ਕਿ ਸੁਸਾਇਟੀ ਦੇ ਸਭ ਤੋਂ ਵੱਡੇ ਹਾਂਜੀ ਦੁਸ਼ਮਣ ਨੇ। ਇਹ ਰਿਅਲਾਈਜ਼ ਨਹੀਂ ਕਰਦੇ। ਇਹਨਾਂ ਦਾ ਕੋਈ ਘਰ ਦਾ ਬੰਦਾ ਮਰ ਜਾਏ ਤੇ ਇਹਨਾਂ ਨੂੰ ਪਤਾ ਲੱਗੇ ਕਿ ਕਿੰਨਾ ਖਤਰਨਾਕ ਇਹ ਕੰਮ ਹੈਗਾ। ਹਾਂਜੀ, ਸਾਡੇ ਇੱਥੇ ਮੈਂ 2-3 ਆਪਣੇ ਬੰਦਿਆਂ ਨੂੰ ਜਾਣਦਾ ਜਿਹੜੇ ਬੜੇ ਮੇਰੇ ਕਲੋਜ਼ ਨੇ। ਦੋਸਤ ਮੇਰਾ ਇੱਕੋ ਹੀ ਹਰਜੀਤ ਗਿੱਲ, ਬਾਕੀ ਜਿਹੜੇ ਮੇਰੇ ਕਲੋਜ਼ ਨੇ ਉਹਨਾਂ ਦੀ ਮੈਂ ਗੱਲ ਦੱਸਣਾ ਚਾਹੁੰਦਾ ਕਿ 3-3 ਮਹੀਨੇ ਮਤਲਬ ਲਾਈਫ ਦੇ ਵਿੱਚੋਂ ਵਾਪਸ ਆਏ ਨੇ। ਉਹ ਬੰਦੇ ਸੀ ਜਿਹੜੇ ਕਹਿੰਦੇ ਸੀਗੇ ਕਿ ਸਾਨੂੰ ਇੰਜੈਕਸ਼ਨ ਦੀ ਕੋਈ ਜ਼ਰੂਰਤ ਨਹੀਂ ਹੈਗੀ, ਅਸੀਂ ਨਹੀਂ ਵੈਕਸੀਨ ਲਵਾਉਣੀ। ਇਹ ਮੈਂ ਆਪਣੇ ਏਸ਼ੀਅਨ ਦੀ ਗੱਲ ਕਰ ਰਿਹਾ। ਸੋ ਕਿਤੇ ਨਾ ਕਿਤੇ ਜਾ ਕੇ ਮੈਂ ਸਮਝਦਾ ਕਿ ਸੁਸਾਇਟੀ ਦੇ ਦੁਸ਼ਮਣ ਨੇ, ਔਰ ਸੁਸਾਇਟੀ ਦੇ ਵਿੱਚ ਕੋਈ ਵੀ ਸੋਚਣ ਵਾਲਾ ਬੰਦਾ ਇਹਨਾਂ ਡੈਮੋਨਸਟ੍ਰੇਸ਼ਨ ਨੂੰ ਪਸੰਦ ਨਹੀਂ ਕਰਦਾ। ਪਰ ਡਾਕਟਰ ਸਾਹਿਬ, ਆਪਾਂ ਪਹਿਲਾਂ ਮੈਂ ਇੱਕ ਦਿਨ ਕੁਐਸਚਨ ਤੁਹਾਨੂੰ ਹੀ ਕੀਤਾ ਸੀਗਾ ਇਸੇ ਪ੍ਰੋਗਰਾਮ ਦੇ ਵਿੱਚ ਕਿ ਇਹ ਕੀ ਮਜਬੂਰੀ ਹੈ ਸਰਕਾਰ ਦੀ ਕਿ ਲੋਕ ਕਹਿ ਰਹੇ ਕਿ ਅਸੀਂ ਲਾਉਣਾ ਹੀ ਨਹੀਂ, ਤੇ ਤੁਸੀਂ ਕਹਿ ਰਹੇ ਸੀ ਕਿ ਕੈਨੇਡਾ ਵਿੱਚ ਇਹ ਪੋਸੀਬਲ ਹੋ ਹੀ ਨਹੀਂ ਸਕਦਾ ਕਿ ਮੈਂਡੇਟਰੀ ਕਰ ਦਿੱਤਾ ਜਾਵੇ, ਪਰ ਕਿਉਂਕਿ ਹੁਣ ਹੈਲਥ ਵਾਸਤੇ, ਐਜੂਕੇਸ਼ਨ ਵਾਸਤੇ, ਸਕੂਲਾਂ ਵਾਸਤੇ ਜਿੱਥੇ ਬੱਚਿਆਂ ਦਾ ਜ਼ਿਆਦਾ ਹੁੰਦਾ ਰਿਸਕ, ਉੱਥੇ ਸਰਕਾਰ ਨੇ ਕਿਹਾ ਤੇ ਜਿੱਤੋਂ ਇਹ ਸਾਰਾ ਰੌਲਾ ਪਿਆ। ਪਰ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਇੱਥੋਂ ਦੀ ਡੈਮੋਕ੍ਰੇਸੀ ਆ, ਜਿਹੜਾ ਚਾਰਟਰ ਆਫ ਰਾਈਟਸ ਆ, ਉਹਦੇ ਮੁਤਾਬਕ ਕਿਸੇ ਦੀ ਮਰਜ਼ੀ ਤੋਂ ਬਗੈਰ ਤੇ ਕੋਈ ਵੈਕਸੀਨ ਵਗੈਰਾ ਦਿੱਤੀ ਨਹੀਂ ਜਾ ਸਕਦੀ। ਅਜੇ ਵੀ ਤੁਸੀਂ ਜਿਹੜੀ ਗੱਲ ਕਹੀ ਹੈ ਨਾ, ਉਹਦੇ 'ਚ ਡਿਫਰੈਂਸ ਹੈਗਾ। ਅਜੇ ਵੀ ਮੈਂਡੇਟਰੀ ਨਹੀਂ ਕੀਤਾ ਗਿਆ, ਕਿਤੇ ਵੀ ਮੈਂਡੇਟਰੀ ਕਿਤੇ ਵੀ ਨਹੀਂ ਕੀਤਾ ਗਿਆ। ਅਜੇ ਵੀ ਸਕੂਲਾਂ ਦੇ ਵਿੱਚ ਅਗਰ ਮੈਂਡੇਟਰੀ ਕੀਤਾ ਗਿਆ, ਉਹ ਪ੍ਰਾਈਵੇਟ ਉਹਨਾਂ ਦੀਆਂ ਇੰਸਟੀਟਿਊਸ਼ਨਸ ਨੇ, ਉਹਨਾਂ ਦੇ ਆਪਣੇ ਪ੍ਰਾਈਵੇਟ ਬੋਰਡਸ ਨੇ। ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਜਿਹੜਾ ਨਹੀਂ ਲਵਾਏਗਾ ਟੀਚਰ, ਜਾਂ ਜਿਹੜਾ ਨਹੀਂ ਲਵਾਏਗਾ ਜਿਹਨੂੰ ਅਸੀਂ ਕਿਹਾ ਵੈਕਸੀਨ ਲਗਵਾਉਣ ਲਈ, ਹਰ ਹਫਤੇ ਉਹਨੂੰ ਸਰਟੀਫਿਕੇਟ ਦੇਣਾ ਪਏਗਾ ਕਿ ਅਸੀਂ ਮਤਲਬ ਕੋਵਿਡ-19 ਤੋਂ ਫ੍ਰੀ ਹਾਂ। ਸੋ ਕੰਪਲਸਰੀ ਕਿਤੇ ਵੀ ਨਹੀਂ ਕਰ ਸਕਦੀ ਗਵਰਨਮੈਂਟ। ਅੱਛਾ ਡਾਕਟਰ ਸਾਹਿਬ, ਅਲਬਰਟਾ 'ਚ ਕੇਸ ਸਭ ਤੋਂ ਜ਼ਿਆਦਾ ਆ ਰਹੇ ਸੀਗੇ ਪਿਛਲੇ ਦਿਨੀ, ਜਿਹੜੇ ਵੀਕਐਂਡ ਲੰਘਿਆ ਆ, ਤੇ ਉਹਦੀਆਂ ਮੈਂ ਖਬਰਾਂ ਦੇਖ ਰਿਹਾ ਸੀਗਾ। ਉਹਦੇ ਵਿੱਚ ਮੋਰ ਦੈਨ 75% ਜਿਹੜੇ ਪੇਸ਼ੈਂਟ ਸੀ ਉਹ ਸੀ ਜਿਨ੍ਹਾਂ ਨੇ ਕੋਈ ਵੈਕਸੀਨ ਇੱਕ ਵੀ ਨਹੀਂ ਲਈ, ਔਰ ਉਹਨਾਂ ਨੇ ICU ਵਗੈਰਾ ਦੁਬਾਰਾ ਫੁੱਲ ਕਰਨੇ ਸ਼ੁਰੂ ਕਰ ਦਿੱਤੇ। ਇੰਨੇ ਹਾਲਾਤ ਕ੍ਰਿਟੀਕਲ ਹੁੰਦਿਆਂ ਵੀ ਇਹ ਲੋਕ ਕਿਉਂ ਨਹੀਂ ਸਮਝ ਸਕਦੇ? ਨਹੀਂ ਉਹਨਾਂ ਨੂੰ ਸਮਝ ਆ ਗਈ। ਉਹਦੇ ਉੱਥੋਂ ਦਾ ਜਿਹੜਾ ਪ੍ਰੀਮੀਅਰ ਹੈ ਜੀ, ਉਹਨੂੰ ਵੀ ਇਹ ਸਮਝ ਆ ਗਈ। ਉਹ ਵੀ ਇਹ ਕਹਿੰਦਾ ਕਿ ਨਹੀਂ ਮੈਂ ਨਹੀਂ ਕਰਨਾ। ਤੁਸੀਂ ਇਹ ਦੇਖੋ ਕਿ ਸਾਡਾ ਪ੍ਰੀਮੀਅਰ ਇੱਥੋਂ ਦਾ ਜਿਹੜਾ ਹੈਗਾ, ਉਹਨੂੰ ਅਜੇ ਤੱਕ ਇਹ ਸਮਝ ਨਹੀਂ ਆਈ ਕਿ ਵੈਕਸੀਨ ਸਰਟੀਫਿਕੇਟ ਕਿੱਡੇ ਇੰਪੋਰਟੈਂਟ ਨੇ। ਹਾਂਜੀ, ਜਿਹੜਾ ਸਰਟੀਫਿਕੇਟ ਆ, ਇਟ ਅਲਾਉਜ਼ ਯੂ, ਇਟ ਗਿਵਸ ਯੂ ਲਿਬਰਟੀ ਟੂ ਮੂਵ ਐਨੀਵੇਅਰ। ਅੱਛਾ, ਅਗਰ ਉਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਵੀ ਪ੍ਰੀਮੀਅਰਸ ਨੂੰ ਜਿਨ੍ਹਾਂ ਨੇ ਲਾਗੂ ਕਰਨਾ, ਤੇ ਜੇਸਨ ਕੈਨੀ ਤੇ ਫੋਰਡ ਦਾ ਵੀ ਵੱਡਾ ਭਰਾ ਹੈ, ਸੋ ਉਹਨੂੰ ਤਾਂ ਇਹ ਸਮਝ ਆਈ ਨਹੀਂ ਰਹੀ, ਨਾ ਉਹਨਾਂ ਨੂੰ ਇਹ ਸਮਝ ਆਉਣੀ ਹੈ। ਕਿਉਂਕਿ ਜਿਹੜੇ ਰਾਈਟ ਮਾਈਂਡ ਦੇ ਲੋਕ ਹੁੰਦੇ ਨੇ, ਜਿਹੜੇ ਸੋ ਕਾਲਡ ਫਾਸਟਿਸਟ ਤਬਕੇ ਦੇ ਲੋਕ ਹੁੰਦੇ ਨੇ, ਉਹ ਇਹ ਨਹੀਂ ਸੋਚਦੇ। ਲੋਕ ਸੋਚਦੇ ਨੇ ਮੇਰੀ ਫਰੀडम ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਦੂਸਰੇ ਲੋਕਾਂ ਦੀ ਜਿਹੜੀ ਜਾਨ ਹੈ ਉਹਨੂੰ ਖਤਰੇ 'ਚ ਪਾਓ। ਫਰੀडम ਮੀਨਸ if you have your own views, you can express them, but you cannot use those particular views to kill the society। ਉਹ ਬਹੁਤ ਭੈੜੀ ਗੱਲ ਹੈ। ਮੇਰਾ ਖਿਆਲ ਹੈ ਕਿ ਇਹਦਾ ਰਿਜ਼ਲਟ ਜਿਹੜਾ ਉਹ ਬਹੁਤ ਭੈੜਾ ਨਿਕਲੇਗਾ, ਕੋਈ ਬਹੁਤ ਅੱਛਾ ਨਹੀਂ ਨਿਕਲੇਗਾ। ਜਿਵੇਂ ਤੁਸੀਂ ਮੈਨੂੰ ਦੱਸਿਆ ਕਿ NDP ਦੇ ਜਿਹੜੇ ਵੋਟਰ ਨੇ ਉਹਨਾਂ ਨੂੰ ਇਦਾਂ ਲੱਗਦਾ ਹੈ, ਹਰ ਵਾਰੀ ਵੈਸੇ ਗੱਲ ਅਸੀਂ ਦੁਹਰਾਉਂਦੇ ਆ, ਕੋਈ ਵੀ ਇਲੈਕਸ਼ਨ ਹੁੰਦੀ ਆ ਉਦੋਂ ਹੀ ਇਹ ਗੱਲ ਸਾਹਮਣੇ ਆਉਂਦੀ ਆ ਕਿ ਦੋ ਗੱਲਾਂ ਸਾਹਮਣੇ ਆਉਂਦੀਆਂ। ਇੱਕ ਤੇ ਆਉਂਦੀਆਂ ਨੇ ਕਿ NDP ਤੇ ਲਿਬਰਲ 'ਚ ਮਤਲਬ ਲੋਕੀ ਇਹਨਾਂ ਕੁ ਸਮਝਦੇ ਕਿ ਜਿਹੜੀ NDP ਆ ਉਹ ਬਹੁਤ ਜ਼ਿਆਦਾ ਜਿਹੜੇ ਆ ਉਹ ਲੋਕ ਲਭਾਊ ਨਾਰੇ ਦਿੰਦੀ ਆ, ਜਾਨੀ ਕਿ ਲੈਫਟ ਵਰਗਾ ਬਿਹੇਵ ਕਰਦੀ ਆ, ਤੇ ਜਿਹੜੇ ਲਿਬਰਲ ਨੇ ਥੋੜੇ ਜਿਹੇ ਸੈਂਟਰਲ 'ਚ ਹੁੰਦੇ ਨੇ। ਪਰ ਜਦੋਂ ਇਲੈਕਸ਼ਨ ਆਉਣ ਲੱਗਦੀ ਆ ਤੇ ਲਿਬਰਲ ਵਾਲੇ ਸਾਰਾ ਏਜੰਡਾ NDP ਦਾ ਚੁੱਕ ਲੈਂਦੇ ਆ, ਤੇ ਉਹਦੇ ਨਾਲ NDP ਪਿੱਛੇ ਰਹਿ ਜਾਂਦੀ ਆ, ਤੇ ਦੂਸਰਾ ਇਹਨਾਂ ਦਾ ਵੋਟ ਬੈਂਕ ਵੱਧ ਜਾਂਦਾ। ਇੱਕ ਗੱਲ ਇਹ ਹਮੇਸ਼ਾ ਹੁੰਦੀ ਆ, ਤੇ ਦੂਜੀ ਗੱਲ ਹਮੇਸ਼ਾ ਇਹ ਹੁੰਦੀ ਆ ਵੀ NDP ਦਾ ਕਾਡਰ ਇਹ ਸਮਝਣ ਲੱਗ ਜਾਂਦਾ ਜੇ ਸਾਡੀ ਤੇ ਸਰਕਾਰ ਬਣਨੀ ਨਹੀਂ, ਤੇ ਕਿਉਂ ਨਾ ਫਿਰ ਆਪਾਂ ਕੰਜ਼ਰਵੇਟਿਵ ਦੀ ਸਰਕਾਰ ਵੇਲੇ ਭੁਗਤਾਂਗੇ, ਉੱਥੇ ਜਾ ਕੇ ਹੋਰ ਤਰ੍ਹਾਂ ਸਾਡੇ ਨਾਲ ਬਿਲਕੁਲ ਕੁਝ ਵੀ ਨਹੀਂ ਮਿਲਦਾ, ਇੱਥੇ ਤੇ ਕੁਝ ਨਾ ਕੁਝ ਸਾਡਾ ਹੈ, ਤੇ ਉਹ ਵੀ ਇੱਧਰ ਆ ਜਾਂਦੇ ਆ। ਇਹ ਫਿਨੋਮਨਾ ਜਿਹੜਾ ਆ ਹਰ ਵਾਰੀ ਇੱਧਰ ਆ ਜਾਂਦਾ,
ਇਹਦੇ ਲਈ ਕੋਈ ਪੇਸ਼ਬੰਦੀ ਐਨਡੀਪੀ ਵਗੈਰਾ ਨਹੀਂ ਸੋਚਦੀ ਵੀ ਇਦਾਂ ਹੁੰਦਾ ਸਾਡੇ ਨਾਲ ਤੇ ਆਪਾਂ ਕੋਈ ਇਹਦਾ ਕੋਈ ਰਾਹ ਕੱਢੀਏ, ਵੇ ਆਊਟ ਕੱਢੀਏ? ਸਿਆਸਤ ਹੈ ਆਖਰ ਸਿਆਸਤ ਹੈ ਨਾ। ਸਿਆਸਤਦਾਨਾਂ ਦਾ ਕੰਮ ਹੀ ਇਹ ਆ ਵੀ ਉਹ ਜਿਹੜੀ ਚੀਜ਼ ਤੋਂ ਉਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਲਾਸ ਹੁੰਦਾ ਉਹਦਾ ਅਸੀਂ ਕੋਈ ਕੰਟਰੋਲ ਕਰੀਏ। ਨਹੀਂ ਮਜ਼ੇ ਦੀ ਗੱਲ ਪਤਾ ਕੀ ਆ ਕਿ ਇਹ ਜਸਟਿਨ ਟਰੂਡੋ ਦੇ ਟਾਈਮ ਤੋਂ ਜ਼ਿਆਦਾ ਸ਼ੁਰੂ ਹੋਇਆ। ਜਸਟਿਨ ਟਰੂਡੋ ਜਦੋਂ ਪਹਿਲੀ ਵਾਰੀ ਇਲੈਕਸ਼ਨ ਦੇ ਵਿੱਚ 2014 ਦੇ ਵਿੱਚ ਸਪੀਚਸ ਦੇ ਰਿਹਾ ਸੀਗਾ ਔਰ ਫਿਰ 2015 ਦਾ ਇਲੈਕਸ਼ਨ ਸੀਗਾ, ਉਹਨੇ ਜਿੰਨੇ ਵੀ ਚੰਗੇ ਪੁਆਇੰਟ ਸੀਗੇ ਨਾ ਐਨਡੀਪੀ ਤੋਂ ਸਾਰੇ ਆਪਣੇ ਮੈਨੀਫੈਸਟੋ ਦੇ ਵਿੱਚ ਪਾ ਦਿੱਤੇ। ਹੁਣ ਇਹ ਹੁਣ ਲਿਬਰਲ ਇਹ ਜਿਹੜੇ ਐਨਡੀਪੀ ਵਾਲੇ ਨੇ ਉਹਨਾਂ ਨੂੰ ਇਹ ਤੇ ਨਹੀਂ ਨਾ ਪਤਾ ਕਿ ਅਗਰ ਅਸੀਂ ਕਹੀਏ ਫਾਰਮਾ ਕੇਅਰ ਯੂਨੀਵਰਸਲ ਫਾਰਮਾ ਕੇਅਰ ਤੇ ਟਰੂਡੋ ਵੀ ਕਹਿ ਦੇਗਾ ਕਿ ਲੋ ਜੀ ਅਸੀਂ ਤੁਹਾਨੂੰ 5 ਸਾਲ ਦੇ ਵਿੱਚ ਫ੍ਰੀ ਫਾਰਮਾ ਕੇਅਰ ਕਰ ਦਾਂਗੇ। ਸੋ ਉਹ ਲੀਡਰ ਕੀ ਸੋਚਣ? ਲੀਡਰ ਤੇ ਇਹ ਸੋਚਦੇ ਨੇ ਕਿ ਅਸੀਂ ਇਹ ਪੁਆਇੰਟ ਲੈ ਕੇ ਆਉਣਾ। ਅੱਛਾ, ਹੁਣ ਦੋ ਚੀਜ਼ਾਂ ਜਿਹੜੀਆਂ ਨੇ ਉਹ ਐਰਕੀ ਐਨਡੀਪੀ ਨੇ ਥੋੜਾ ਕਿਉਂਕਿ ਐਨਡੀਪੀ ਦਾ ਮੈਨੀਫੈਸਟੋ ਸਭ ਤੋਂ ਬਾਅਦ ਆਇਆ। ਮੈਂ ਅੱਗੇ ਵੀ ਤੁਹਾਨੂੰ ਦੱਸਿਆ ਕਿ ਜਿਹਦਾ ਮੈਨੀਫੈਸਟੋ ਸਭ ਤੋਂ ਬਾਅਦ ਆਉਂਦਾ, ਪਹਿਲੇ ਮੈਨੀਫੈਸਟੋ ਤੋਂ ਬਾਅਦ ਪਹਿਲੇ ਮੈਨੀਫੈਸਟੋ ਆਇਆ ਕੰਜ਼ਰਵੇਟਿਵ ਪਾਰਟੀ ਦਾ, ਉਹਨੇ ਕਿਹਾ ਅਸੀਂ ਮਿਲੀਅਨ ਅਫੋਰਡੇਬਲ ਹਾਊਸ ਬਣਾਵਾਂਗੇ। ਫਿਰ ਲਿਬਰਲ ਪਾਰਟੀ ਦਾ ਆਇਆ 2 ਹਫ਼ਤੇ ਬਾਅਦ, ਉਹਨੇ ਕਿਹਾ ਅਸੀਂ 1.5 ਮਿਲੀਅਨ ਬਣਾਵਾਂਗੇ। ਫਿਰ ਐਨਡੀਪੀ ਪਾਰਟੀ ਦਾ ਆਇਆ, ਉਹਨਾਂ ਨੇ ਕਿਹਾ ਜੀ ਅਸੀਂ ਕਾਲਜ ਵੀ ਫ੍ਰੀ ਕਰ ਦਾਂਗੇ, ਅਸੀਂ ਸਟੂਡੈਂਟਸ ਲੋਨ ਵੀ ਮਾਫ ਕਰ ਦਾਂਗੇ। ਉਹਨਾਂ ਨੇ 2-3 ਚੀਜ਼ਾਂ ਐਕਸਟਰਾ ਐਡ ਕਰ ਦਿੱਤੀਆਂ ਵਿੱਚ। ਸੋ ਇਸ ਕਰਕੇ ਤੁਸੀਂ ਕਿੱਦਾਂ ਲੀਡਰ ਸੋਚ ਸਕਦਾ ਕਿ ਸਾਡੀ ਜਿਹੜੀ ਸੋਚ ਹੈ ਉਹ ਉਸ ਨੂੰ ਇੰਨੇ ਹੀ ਅਡੋਪਟ ਕਰਨਗੇ। ਤੁਸੀਂ ਇਹ ਤੁਹਾਨੂੰ ਯਾਦ ਹੈ ਜਿਹੜਾ ਪਿਛਲਾ ਪੰਜਾਬ ਦਾ ਇਲੈਕਸ਼ਨ ਹੋਇਆ ਸੀ, ਉਹਦੇ ਵਿੱਚ ਵੀ ਇਹ ਗੱਲ ਹੋਈ ਸੀਗੀ ਕਿ ਇੱਕ ਤੇ ਅਕਾਲੀ ਪਾਰਟੀ ਦੇ ਲੀਡਰਾਂ ਨੇ ਕਾਂਗਰਸ ਨੂੰ ਵੋਟ ਪਵਾਤੀ, ਇੱਕ ਅਕਾਲੀ ਪਾਰਟੀ ਦੇ ਵਰਕਰ ਨੇ ਸੋਚਿਆ ਕਿ ਕੈਪਟਨ ਪਾਵਰ ਦੇ ਵਿੱਚ ਆ ਰਿਹਾ, ਅਸੀਂ ਕਾਂਗਰਸ ਦਾ ਐਮਐਲਏ ਆਪਣੇ ਇਲਾਕੇ 'ਚ ਬਣਵਾਈ ਹੈ, ਕੱਲ੍ਹ ਬੜੇ ਕੰਮ ਕਰਵਾਉਣੇ ਨੇ। ਸੋ ਇਹ ਸੋਚ ਜਿਹੜੀ ਆ ਨਾ ਇਹ ਹਮੇਸ਼ਾ ਹੀ ਹੁੰਦੀ ਆ ਔਰ ਇਹ ਸੋਚ ਨੂੰ ਕੋਈ ਹਟਾ ਨਹੀਂ ਸਕਦਾ। ਇਟ ਇਜ਼ ਦ ਪ੍ਰੋਸੈਸ ਆਫ ਦ ਇਲੈਕਸ਼ਨ। ਜਦੋਂ ਫਿਰ ਆਪਾਂ ਜਦੋਂ ਇਲੈਕਸ਼ਨ ਹੁੰਦੀ ਹੈ ਰਾਜਨੀਤੀ, ਸਾਡਾ ਬਦੋ ਬਦੀ ਧਿਆਨ ਚੱਲ ਜਾਂਦਾ ਉਹ ਭਾਰਤ ਵਾਲੇ ਪਾਸੇ ਵੀ, ਔਰ ਉਹਦਾ ਰੈਫਰੈਂਸ ਆਪਾਂ ਦੇ ਦਿੰਦੇ ਆ। ਆਪਾਂ ਕਈ ਵਾਰ ਇਹ ਵੀ ਸੋਚਦੇ ਨੇ ਵੀ ਇਹ ਕੰਪੇਅਰ ਕਰਨਾ ਵੀ ਨਹੀਂ ਬਣਦਾ ਕਿਉਂਕਿ ਬੜਾ ਫਰਕ ਹੈ ਸਾਡੀਆਂ ਡੈਮੋਕ੍ਰੇਸੀ ਦੇ ਵਿੱਚ। ਤੇ ਕਿਤੇ ਨਾ ਕਿਤੇ ਆਪਾਂ ਨੂੰ ਲੱਗਦਾ ਨਹੀਂਗਾ ਕਿ ਜਿੱਦਾਂ ਦਾ ਉੱਥੇ ਵਾਤਾਵਰਨ ਬਣਦਾ ਜਾ ਰਿਹਾ ਹੈ ਕਿ ਵੱਧ ਤੋਂ ਵੱਧ ਫ੍ਰੀ ਵਾਲੀਆਂ ਚੀਜ਼ਾਂ ਵੰਡਣ ਵਾਲੀਆਂ ਗੱਲਾਂ ਕਰੋ। ਕੋਈ ਕਹਿੰਦਾ ਹੈ ਜੀ, ਪਿਛਲੀ ਇਲੈਕਸ਼ਨ ਮੈਨੂੰ ਯਾਦ ਹੈ ਕਿ ਮੈਂ ਉਦੋਂ ਇੰਡੀਆ 'ਚ ਸੀਗਾ 2017 ਦੀ ਜਦੋਂ ਇਲੈਕਸ਼ਨ ਹੋਈ ਸੀਗੀ, ਔਰ ਉਦੋਂ ਵੀ ਮੈਂ ਕਾਫੀ ਲੋਕਾਂ ਨੂੰ ਮਿਲਿਆ, ਲੀਡਰਸ ਨੂੰ ਮਿਲਿਆ, ਕੁਝ ਇੰਟਰਵਿਊ ਵੀ ਕੀਤੀਆਂ ਸੀਗੀਆਂ। ਔਰ ਇਦਾਂ ਦੀਆਂ ਰੈਲੀਆਂ 'ਚ ਕਹਿ ਰਹੇ ਸੀ ਜੀ ਅਕਾਲੀ ਸਿਰਫ ਦਿੰਦੇ ਆ ਜੀ ਆਪਾਂ ਨੂੰ ਆਟਾ ਦਾਲ ਸਕੀਮ, ਅਸੀਂ ਤੁਹਾਨੂੰ ਖੰਡ ਵੀ ਦਾਂਗੇ, ਪੱਤੀ ਵੀ ਦਾਂਗੇ, ਦੇਸੀ ਘਿਓ ਵੀ ਦਾਂਗੇ। ਤੇ ਉਹ ਤਰਨਤਾਰਨ ਤੋਂ ਇੱਕ ਬੜੇ ਸਾਡੇ ਉਹ ਵੀ ਡਾਕਟਰ ਸਾਹਿਬ ਨੇ ਆਪਣੇ ਧਰਮਵੀਰ ਹੀਰੀ ਬੜੇ ਸੋਬਰ ਜਿਹੇ ਸਿਆਸਤਦਾਨ, ਉਹਨਾਂ ਨਾਲ ਮੈਂ ਇੰਟਰਵਿਊ ਕੀਤਾ, ਉਹਨਾਂ ਦੇ ਮੈਂ ਭਾਸ਼ਣ ਸੁਣਿਆ ਇੱਕ ਪਿੰਡ ਦੇ ਵਿੱਚ ਤਰਨਤਾਰਨ ਦੇ ਇਲਾਕੇ 'ਚ। ਅਸਲ 'ਚ ਮੈਂ ਕਰਤਾਰ ਭਲਵਾਨ ਨੂੰ ਮਿਲਣ ਜਾ ਰਿਹਾ ਸੀ ਤੇ ਰਸਤੇ 'ਚ ਮੈਨੂੰ ਮੇਰੇ ਮਿੱਤਰ ਡਾਕਟਰ ਪ੍ਰਦੀਪ ਅੱਜ ਕੱਲ੍ਹ ਹੈ ਨਹੀਂ ਸਾਡੇ ਵਿੱਚ, ਕੋਵਿਡ ਲੈ ਗਿਆ ਉਹਨਾਂ ਨੂੰ ਵੀ, ਉਹਨਾਂ ਨੇ ਕਿਹਾ ਕਿ ਨਹੀਂ ਤੂੰ ਇੱਥੋਂ ਦੀ ਲੰਘ ਕੇ ਜਾ, ਡਾਕਟਰ ਸਾਹਿਬ ਨਾਲ ਮਿਲ ਕੇ ਜਾ। ਫਿਰ ਡਾਕਟਰ ਸਾਹਿਬ ਨੂੰ ਸੁਣਿਆ ਸਾਰਾ, ਛੋਟਾ ਮੀਂਹ ਪੈ ਰਿਹਾ ਸੀ, 250-300 ਦੀ ਗੈਦਰਿੰਗ ਸੀ। ਤੇ ਮੈਂ ਡਾਕਟਰ ਸਾਹਿਬ ਨੂੰ ਪੁੱਛਿਆ, ਮੈਂ ਕਿਹਾ ਡਾਕਟਰ ਸਾਹਿਬ ਤੁਸੀਂ ਜਿਹੜੇ ਸਾਰਾ ਕੁਝ ਕਹਿ ਰਹੇ ਹੋ, ਡਾਕਟਰ ਸਾਹਿਬ ਇਹ ਕਹਿ ਰਹੇ ਸੀਗੇ ਕਿ ਤੁਹਾਨੂੰ ਨੌਕਰੀ ਕਰਨ ਲਈ ਤਰਨਤਾਰਨ ਤੱਕ ਵੀ ਜਾਣਾ ਨਹੀਂ ਪਊਗਾ, ਅਸੀਂ ਹਰ ਪਿੰਡ ਦੇ ਵਿੱਚ ਇਹੋ ਜਿਹੀ ਇੰਡਸਟਰੀ ਲਾ ਰਹੇ ਕਿ ਸਾਰੇ ਬੱਚਿਆਂ ਨੂੰ ਇੱਥੇ ਰੁਜ਼ਗਾਰ ਮਿਲ ਜਾਏਗਾ। ਤੇ ਮੈਂ ਇਹਨਾਂ ਨੂੰ ਪੁੱਛਿਆ, ਮੈਂ ਡਾਕਟਰ ਸਾਹਿਬ ਮੇਰੇ ਕੋਲ ਰਿਕਾਰਡਿੰਗ ਪਈ ਹੈ, ਮੈਂ ਡਾਕਟਰ ਸਾਹਿਬ ਇਹ ਕਿੱਦਾਂ ਪੋਸੀਬਲ ਹੈ, ਇਹਦਾ ਕੋਈ ਮਾਸਟਰ ਪਲਾਨ ਹੈ ਤੁਹਾਡੇ ਕੋਲ? ਕਹਿੰਦੇ ਜੀ ਇਹ ਤਾਂ ਸਾਡੇ ਲੀਡਰ ਨੂੰ ਪਤਾ ਆ, ਸਾਨੂੰ ਤਾਂ ਜੋ ਕਿਹਾ ਗਿਆ ਅਸੀਂ ਕਹੀ ਜਾਂਦੇ ਆ। ਉਹਦਾ ਜਿਹੀ ਕੰਮ ਇੱਥੇ ਸ਼ੁਰੂ ਹੋ ਗਿਆ ਲੱਗਦਾ ਹੈ ਕਿ ਜੇ ਤੁਸੀਂ ਕਿਸੇ ਐਮਪੀ ਵਗੈਰਾ ਨੂੰ ਪੁੱਛ ਵੀ ਲਓ ਵੀ ਤੁਹਾਡੇ ਕੋਲ ਕੋਈ ਮਾਸਟਰ ਪਲਾਨ ਹੈ, ਤੁਸੀਂ ਕੀ ਕਰੋਗੇ, ਤੇ ਫਿਰ ਗੱਲ ਤੇ ਉੱਥੇ ਆ ਜਾਂਦੀ ਹੈ ਕਿ ਜੋ ਉਹਨਾਂ ਦਾ ਲੀਡਰ ਕਹੇਗਾ ਉਹ ਉਹਨਾਂ ਨੂੰ ਕਰਨਾ ਪੈਂਦਾ। ਉਹ ਤੇ ਵਿਚਾਰੇ ਸਿਪਾਹੀ ਹੱਥ ਖੜੇ ਕਰਨ ਜੋਗੇ ਹੀ ਨੇ, ਆਪਾਂ ਨੂੰ ਪਤਾ ਸਾਰਿਆਂ ਨੂੰ। ਤੁਸੀਂ ਇਹ ਦੇਖੋ, ਮੈਂ ਤੁਹਾਨੂੰ ਥੋੜਾ ਕੁ ਨਾ ਨਾਰਥ ਅਮਰੀਕਾ ਦੀ ਹਿਸਟਰੀ ਦੇ ਵਿੱਚ ਪਿੱਛੇ ਲੈ ਕੇ ਜਾਂਦਾ। 2007-2008 ਦੇ ਵਿੱਚ ਜਦੋਂ ਇੱਥੇ ਬੜਾ ਜ਼ਬਰਦਸਤ ਰੈਸੈਸ਼ਨ ਆਇਆ ਅਮਰੀਕਾ ਦੇ ਵਿੱਚ, ਅਜੇ ਓਬਾਮਾ ਨੇ ਟੇਕ ਓਵਰ ਨਹੀਂ ਸੀ ਕੀਤਾ, ਇਲੈਕਸ਼ਨ ਜਿੱਤ ਲਿਆ ਸੀ ਉਹਨੇ, ਔਰ ਬੁਸ਼ ਇੱਕ ਪਲਾਨ ਲੈ ਕੇ ਆਇਆ, ਬੁਸ਼ ਐਂਡ ਜਿਹੜਾ ਬੈਂਕ ਆਫ ਅਮਰੀਕਾ, ਉਹ ਪਲਾਨ ਲੈ ਕੇ ਆਏ ਕਿ ਅਸੀਂ 150 ਤੋਂ 200 ਬਿਲੀਅਨ ਡਾਲਰ ਹਰ ਮਹੀਨੇ ਪਹਿਲੇ 3 ਮਹੀਨੇ ਇਕਨੋਮੀ ਦੇ ਵਿੱਚ ਪਾਵਾਂਗੇ ਔਰ ਫਿਰ ਉਹਦੇ ਬਾਅਦ 80 ਬਿਲੀਅਨ ਡਾਲਰ ਇਕਨੋਮੀ 'ਚ ਪਾਵਾਂਗੇ। ਉਹ ਦੇਣਾ, ਉਹ ਮਤਲਬ ਇਹ ਹੈ ਕਿ ਦੇ ਆਰ ਗਿਵਿੰਗ। ਉਹਨਾਂ ਨੇ ਦੇਣਾ ਸ਼ੁਰੂ ਕੀਤਾ, ਇਕਨੋਮੀ ਬਚ ਗਈ। ਜੀ ਬਚ ਕੀ ਗਈ, ਮਤਲਬ
ਕਾਫੀ ਨੁਕਸਾਨ ਹੋਇਆ, ਬੜੇ ਲੋਕ ਮਰ ਗਏ ਉਸ ਜ਼ਮਾਨੇ ਦੇ ਵਿੱਚ 4 ਸਾਲ ਦੇ ਵਿੱਚ, ਲੇਕਿਨ ਬਾਅਦ ਦੇ ਵਿੱਚ ਚਲੋ ਇਕੋਨਮੀ ਇੱਕ ਸਟੇਬਲ ਹੋ ਗਈ। ਹੁਣ ਟਰੰਪ ਆਇਆ, ਟਰੰਪ ਦੇ ਟਾਈਮ ਦੇ ਪਹਿਲਾਂ ਤਾਂ ਉਹਨੂੰ ਸਮਝ ਹੀ ਨਹੀਂ ਆਈ ਕਿ ਕੋਵਿਡ-19 ਕੀ ਹੁੰਦਾ, ਕਿਉਂਕਿ ਦਿਮਾਗ ਜਿੰਨਾ ਕੁ ਹੁੰਦਾ ਆਦਮੀ ਉਹਨਾਂ ਕੋਈ ਸੋਚਦਾ ਨਾ, ਸੋ ਉਹਨੇ ਉਹਨਾਂ ਕੁਝ ਸੋਚਿਆ। ਕੋਵਿਡ-19 ਜਿਹੜਾ ਉਹਨੂੰ ਸਮਝ ਨਹੀਂ ਆਈ, ਉਹਨੂੰ ਫਿਰ ਸਮਝਾਇਆ ਸਾਰਿਆਂ ਨੇ ਕਿ ਭਾਈ ਇਹ ਪੈਸਾ ਜਿਹੜਾ ਲੋਕਾਂ ਨੂੰ ਦਿਓ, ਕਿਉਂਕਿ ਉਸ ਵਕਤ ਕਮ ਸੇ ਕਮ 17 ਤੋਂ 20 ਮਿਲੀਅਨ ਲੋਕ ਅਨਐਮਪਲਾਇਡ ਹੋ ਗਏ ਸੀ ਅਮਰੀਕਾ ਦੇ ਵਿੱਚ। ਉਸ ਵਕਤ ਕਾਂਗਰਸ ਨੇ, ਦੋਨਾਂ ਪਾਰਟੀਆਂ ਨੇ ਮਿਲ ਕੇ 3.73 ਟ੍ਰਿਲੀਅਨ ਦਾ ਬਜਟ ਪਾਸ ਕੀਤਾ, ਜਿਹਦੇ ਵਿੱਚ ਹਰ ਅਮਰੀਕਨ, ਵੈਦਰ ਮਿਲੀਅਨਰ, ਬਿਲੀਅਨਰ, ਗਰੀਬ, ਜਿਹਦਾ ਵੀ ਸੋਸ਼ਲ ਨੰਬਰ ਸੀਗਾ, ਜਿਹੜਾ ਵੀ ਇਨਕਮ ਟੈਕਸ ਭਰਦਾ ਸੀ ਅਰਜੀਤ ਜੀ, ਉਹਦੇ ਘਰ 1200 ਡਾਲਰ ਆਇਆ ਜੀ। ਬਿਲਕੁਲ, ਹਰ ਮਹੀਨੇ ਪਹੁੰਚਣੇ ਸ਼ੁਰੂ ਹੋ ਗਏ। ਅੱਛਾ, ਉਹ ਇੱਕ ਪ੍ਰੋਸੈਸ ਹੈ। ਉਹ ਪ੍ਰੋਸੈਸ ਦੇ ਵਿੱਚ ਹੁਣ ਲੋਕਾਂ ਨੂੰ ਇਹੋ ਜਿਹੀ ਆਦਤ ਪੈਂਦੀ ਜਾ ਰਹੀ ਹੈ ਕਿ ਦਿਓ ਦਿਓ ਦਿਓ। ਹੁਣ ਮੋਦੀ ਆਇਆ, ਉਹਨਾਂ ਦੀ ਬੀਜੇਪੀ ਇੰਨੀ ਨਾ ਬਲੀਵ ਕਰਦੀ ਸੀ ਗਿਵਿੰਗ ਦੇ ਵਿੱਚ, ਪਰ ਜਿੰਨਾ ਜ਼ਿਆਦਾ ਮੋਦੀ ਨੇ ਦੇਣਾ ਸ਼ੁਰੂ ਕੀਤਾ ਹਾਂਜੀ, ਔਰ ਜਿੰਨਾ ਜ਼ਿਆਦਾ ਉਹ ਇਹ ਸਮਝਦੇ ਨੇ ਕਿ ਅਸੀਂ ਦੇ ਦੇ ਕੇ ਵੋਟਾਂ ਆਪਣੀਆਂ ਲਈ ਜਾਣੀਆਂ ਨੇ, ਬਾਅਦ ਦੇ ਵਿੱਚ ਕੀ ਹੋਏਗਾ, ਨੋ ਵਨ ਕੇਅਰਸ ਐਟ ਦਿਸ ਮੂਮੈਂਟ। ਲੇਕਿਨ ਮੈਂ ਤੁਹਾਨੂੰ ਦੱਸਦਾ ਕਿ ਮੈਂ ਜਿੰਨੇ ਵੀ ਇਕੋਨੋਮਿਸਟਾਂ ਨਾਲ ਗੱਲ ਕੀਤੀ ਹੈ, ਉਹ ਕਹਿੰਦੇ ਨੇ ਕਿ ਜਿਸ ਢੰਗ ਦੇ ਨਾਲ ਇਹ ਲੋਕ ਪੈਸਾ ਵੰਡਣਾ ਸ਼ੁਰੂ ਕਰ ਦਿੱਤਾ ਗਾ ਸਾਰੀ ਦੁਨੀਆ ਦੇ ਵਿੱਚ ਹਾਂਜੀ, ਇਹਦਾ ਅੰਤ ਜਿਹੜਾ ਉਹ ਹੋਏਗਾ ਜਿਹੜਾ ਕਿ 1929-30 ਦੇ ਵਿੱਚ ਹੋਇਆ ਸੀ। ਸਾਰੀ ਦੁਨੀਆ ਜਿਹੜੀ ਆ ਹਾਂਜੀ ਉਹ ਤਬਾਹ ਹੋ ਗਈ ਸੀ। ਉਹ ਵੱਡਾ ਡਿਪਰੈਸ਼ਨ ਟਾਈਪ ਦਾ ਜਿਹੜਾ ਰਿਸੈਸ਼ਨ ਆਏਗਾ, ਜਿੱਦਾਂ ਤੁਸੀਂ ਕਹਿ ਰਹੇ ਹੋ, ਕਹਿੰਦੇ ਉਹ ਤੁਸੀਂ ਐਕਸਪੈਕਟ ਕਰ ਲਓ ਕਿ ਸਾਰੀ ਦੁਨੀਆ 'ਚ ਉਹ ਡਿਪਰੈਸ਼ਨ ਆਣਾ ਹੀ ਆਣਾ, ਉਹਨੂੰ ਕੋਈ ਰੋਕ ਨਹੀਂ ਸਕਦਾ। ਪਰ ਡਾਕਟਰ ਸਾਹਿਬ, ਜਿੱਥੋਂ ਤੱਕ ਇਹ ਗੱਲਾਂ ਨੇ, ਕਿਉਂਕਿ ਆਪਾਂ ਸਮਝਦੇ ਹਾਂ, ਜਦੋਂ ਮੈਂ ਕਈ ਵਾਰ ਤੁਹਾਡੇ ਨਾਲ ਥੋੜੀ ਜਿਹੀ ਦੂਜੇ ਪੱਖ ਤੋਂ ਗੱਲ ਕਰਦਾ ਹਾਂ, ਤੁਸੀਂ ਕਹਿੰਦੇ ਹੁੰਦੇ ਤੁਸੀਂ ਭੁੱਲਦੇ ਹੋ ਕਿ ਤੁਸੀਂ ਕੈਪੀਟਲਿਸਟ ਸਮਾਜ ਦਾ ਹਿੱਸਾ ਹੋ, ਇੱਥੇ ਇਹ ਚੀਜ਼ਾਂ ਹੋਣਗੀਆਂ। ਤੇ ਜਿਹੜਾ ਕੈਪੀਟਲ ਸਮਾਜ ਚਲਾਉਣ ਵਾਲੇ ਲੋਕ ਨੇ, ਜਿਹੜਾ ਪਿੱਛੇ ਕਾਰਪੋਰੇਟ ਅਦਾਰੇ ਨੇ ਜਾਂ ਜਿਹੜੇ ਵੱਡੇ ਘਰਾਣੇ ਨੇ ਜਿਹੜੇ ਸੋਚਦੇ ਨੇ, ਆਪਾਂ ਨੂੰ ਤੇ ਇਹ ਵੀ ਪਤਾ ਹੀ ਹੈ ਨਾ ਜੀ, ਸਾਰੇ ਲੋਕ ਸਮਝਦੇ ਆ ਕਿ ਆਪਾਂ ਨੂੰ ਭਾਰਤ ਦੇ ਸੰਦਰਭ 'ਚ ਜ਼ਿਆਦਾ ਪਤਾ ਲੱਗਦਾ, ਤੁਸੀਂ ਤੇ ਇੱਥੇ ਬਹੁਤ ਚਿਰ ਤੋਂ ਰਹਿੰਦੇ ਹੋ। ਤੇ ਇਹ ਲੋਕ ਵੀ ਜਿਹੜੇ ਲੀਡਰ ਨੇ, ਇਹ ਵੀ ਕਿਸਮ ਦਾ ਉਹਨਾਂ ਦੇ ਪਪਟ ਹੀ ਹੁੰਦੇ ਨੇ, ਬਹੁਤੀ ਇਹਨਾਂ ਦੀ ਵੀ ਨਹੀਂ ਚੱਲਦੀ ਹੁੰਦੀ। ਉਹ ਪਹਿਲਾਂ ਇਹਨਾਂ ਨੂੰ ਖੁੱਲ੍ਹ ਦੇ ਦਿੰਦੇ ਆ ਵੀ ਲੜ ਲਓ ਇਲੈਕਸ਼ਨ, ਕੋਈ ਨਹੀਂ, ਕਰ ਲਓ ਗੱਲਾਂ ਬਾਤਾਂ, ਜਦੋਂ ਜਿੱਤਣ ਤੋਂ ਬਾਅਦ ਆਉਂਦੇ ਤੇ ਫਿਰ ਕਹਿੰਦੇ ਵੀ ਬੈਠੋ ਹੁਣ ਸਾਡੇ ਨਾਲ ਤੈਅ ਕਰੋ ਵੀ ਕਿੱਦਾਂ ਚਲਾਉਣਾ ਕਿੱਦਾਂ ਆ। ਤੇ ਇਸ ਤਰ੍ਹਾਂ ਦੀ ਸੰਭਾਵਨਾਵਾਂ ਤੇ ਇੱਥੇ ਵੀ ਨੇ। ਤੇ ਫਿਰ ਜਿਹੜੇ ਉਹ ਲੋਕ ਨੇ ਜਿਨ੍ਹਾਂ ਨੇ ਕੁੱਲ ਦੁਨੀਆ ਤੇ, ਜਿੱਦਾਂ ਮਾਈਕਰੋਸਾਫਟ ਵਾਲੇ ਹੈਗੇ ਨੇ ਜਾਂ ਹੋਰ ਵੱਡੇ ਵੱਡੇ ਲੋਕ ਨੇ, ਉਹਨਾਂ ਕੁੱਲ ਦੁਨੀਆ ਤੇ ਛਾਏ ਪਏ ਨੇ, ਹਰ ਥਾਂ ਉਹਨਾਂ ਦਾ ਵਪਾਰ ਹੈ। ਤੇ ਉਹਨਾਂ ਲੋਕਾਂ ਨੂੰ ਵੀ ਤੇ ਦਿਸਦਾ ਹੋਏਗਾ ਨਾ ਕਿ ਇਦਾਂ ਕਰਨ ਨਾਲ ਅਲਟੀਮੇਟਲੀ ਜਿਹੜਾ ਅਰਥਚਾਰਾ ਉਹ ਖਰਾਬ ਹੋ ਜਾਣਾ ਤੇ ਸਾਡੇ ਤੇ ਵੀ ਇੰਪੈਕਟ ਹੋਏਗਾ। ਉਹ ਕਿੱਦਾਂ ਅਲਾਓ ਕਰਦੇ ਇਹਨਾਂ ਨੂੰ ਵੀ ਤੁਸੀਂ ਵੰਡ ਦਿਓ ਜੀ, ਵੰਡ ਦਿਓ? ਨਹੀਂ, ਉਹ ਅਲਾਓ ਨਹੀਂ ਕਰਦੇ। ਉਹਨਾਂ ਨੂੰ ਇਹ ਪਤਾ ਕਿ ਅਸੀਂ ਨਹੀਂ ਮਰਨਾ ਜੀ। ਉਹਨਾਂ ਨੂੰ ਇਹ ਪਤਾ ਸਾਡੀਆਂ ਕੰਪਨੀਆਂ ਨਹੀਂ ਮਰਨੀਆਂ, ਸਾਡੀਆਂ ਕੰਪਨੀਆਂ ਨੇ ਡਿਪਰੈਸ਼ਨ ਦੇ ਵਿੱਚ ਜ਼ਿਆਦਾ ਪੈਸਾ ਕਮਾਇਆ, ਜਿਵੇਂ ਕੋਵਿਡ 'ਚ ਕਮਾਇਆ। ਹਾਂ, ਡਿਪਰੈਸ਼ਨ ਉਹਨਾਂ ਦੀਆਂ ਕੰਪਨੀਆਂ ਨੂੰ ਨਹੀਂ ਕੋਈ ਫਰਕ ਪੈਣਾ ਜੀ। ਕੰਪਨੀਆਂ ਜਿਹੜੀਆਂ ਨੇ ਉਹ ਇਹਨਾਂ ਚੀਜ਼ਾਂ ਤੋਂ ਫਾਇਦਾ ਉਠਾਉਣੀਆਂ ਨੇ, ਕਿਉਂਕਿ ਜਿਹੜੇ ਗਵਰਨਮੈਂਟ ਦੇ ਪੈਸੇ ਆਣੇ ਨੇ। ਤੁਸੀਂ ਇਹ ਦੇਖੋ ਨਾ, ਮੈਂ ਇਹਨੂੰ ਜਿਹੜੀ ਕੰਟਰੀ ਹੈ, ਇਟ ਇਜ਼ ਅ ਹਾਊਸ ਦੇ ਵਿੱਚ $1000 ਆਉਂਦਾ, ਤੁਸੀਂ 1500 ਡਾਲਰ ਖਰਚ ਕਰਦੇ ਹੋ। ਸੋ ਅਗਰ ਤੁਸੀਂ $1500 ਖਰਚ ਕਰਦੇ ਹੋ ਤੇ ਉਹਦਾ ਮਤਲਬ ਕੀ ਹੈ ਕਿ ਅਲਟੀਮੇਟਲੀ ਤੁਸੀਂ ਇੰਨਾ ਜ਼ਿਆਦਾ ਤੁਹਾਡੇ ਸਿਰ ਤੇ ਲੋਨ ਚੜ ਜਾਣਾ ਕਿ ਤੁਹਾਨੂੰ ਬੈਂਕਰਪਸੀ ਕਰਨੀ ਪੈਣੀ, ਜਾਂ ਤੁਹਾਨੂੰ ਪ੍ਰਪੋਜ਼ਲ ਕਰਨੀ ਪੈਣੀ। ਪ੍ਰਪੋਜ਼ਲ ਇਜ਼ ਆਲਸੋ ਪਾਰਟ ਆਫ ਦੀ ਬੈਂਕਰਪਸੀ। ਉਹ ਕੋਈ ਇਹ ਤਾਂ ਨਹੀਂ ਹੈਗਾ ਨਾ ਕਿ ਹਾਂ ਵੀ ਉਹ ਨਾਮ ਪ੍ਰਪੋਜ਼ਲ ਹੈ, ਚਲੋ ਬੈਂਕਰਪਸੀ ਨਾ ਦਿੱਤੀ, ਉਹ ਦੇ ਦਿੱਤਾ। ਸੋ ਅਲਟੀਮੇਟਲੀ ਕਿਤੇ ਨਾ ਕਿਤੇ ਜਾ ਕੇ ਵੀ ਹੈਵ ਟੂ ਰੀਅਲਾਈਜ਼ ਕਿ ਇਹਦਾ ਰਿਜ਼ਲਟ ਜਿਹੜਾ, ਤਾਂ ਤੁਸੀਂ ਇਹ ਦੇਖੋ ਕਿ ਜਿਹੜੀਆਂ ਵੱਡੀਆਂ ਕੰਪਨੀਆਂ ਨੇ, ਪਰ ਜੀ ਇੱਥੇ ਦੁਨੀਆ ਦੇ ਵਿੱਚ ਸਭ ਤੋਂ ਵੱਡੀਆਂ ਕੰਪਨੀਆਂ ਹੁੰਦੀ ਸੀ GE, ਹਾਂਜੀ, IBM, ਹਾਂਜੀ, ਜਨਰਲ ਮੋਟਰਸ। ਉਹ ਕੰਪਨੀਆਂ ਹੁਣ ਬਹੁਤ ਪਿੱਛੇ ਰਹਿ ਗਈਆਂ। ਸੋ ਕੰਪਨੀਆਂ ਵੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਜਿਵੇਂ ਪੋਲੀਟੀਸ਼ੀਅਨ ਆਉਂਦੇ ਜਾਂਦੇ ਰਹਿੰਦੇ ਨੇ। ਸੋ ਐਡੀ ਵੱਡੀ ਕੋਈ ਗੱਲ ਨਹੀਂ ਹੈਗੀ। ਲੇਕਿਨ ਇਹ ਗੱਲ ਤਾਂ ਪੱਕੀ ਆ ਕਿ ਜਦੋਂ ਤੁਸੀਂ ਉਧਾਰ ਚੁੱਕੀ ਜਾਣਾ, ਲੋਕਾਂ ਦੀਆਂ ਜੇਬਾਂ 'ਚ ਪਾਈ ਜਾਣਾ, ਕਿਤੇ ਨਾ ਕਿਤੇ ਜਾ ਕੇ ਤਾਂ ਉਹਦਾ ਰਿਜ਼ਲਟ ਜ਼ਰੂਰ ਸਾਹਮਣੇ ਆਏਗਾ। ਐਂਡ ਯੂ ਵਿਲ ਸੀ ਇਟ that people will suffer a lot।
ਉਹ ਅੱਛਾ 10 ਸਾਲ ਤੋਂ ਬਿਲਕੁਲ ਡਾਕਟਰ ਸਾਹਿਬ ਇਕਨੋਮੀ ਦੀ ਗੱਲ ਚੱਲੀ ਹੈ ਤੇ ਚਲੋ ਮੈਂ ਲੱਗਦਾ ਇੱਥੇ ਵੀ ਤੁਹਾਨੂੰ ਪੁੱਛ ਲੈਣਾ, ਫਿਰ ਆਪਾਂ ਡਿਬੇਟ ਵੱਲ ਪਰਤਾਂਗੇ, ਇਲੈਕਸ਼ਨ ਵੱਲ ਪਰਤਾਂਗੇ, ਕਿਉਂਕਿ ਇਹ ਵੀ ਜੁੜੀਆਂ ਹੋਈਆਂ ਸਾਰੀਆਂ ਚੀਜ਼ਾਂ ਨੇ। ਪਿੱਛੇ ਜੇ ਬੜਾ ਚੱਲਿਆ ਸੀਗਾ ਇੱਕ ਮਿਨੀਮਮ ਸੈਲਰੀ ਦਾ ਕਨਸੈਪਟ ਆਏਗਾ। ਕਈ ਲੋਕ ਹੁਣ ਕਹਿੰਦੇ ਆ ਕਿ ਚਾਹੇ ਕੋਵਿਡ ਆ ਗਿਆ ਉਹਦੇ ਬਹਾਨੇ ਹੀ ਸਹੀ, ਜਿਹੜਾ ਹੁਣ ਇਹ CRB ਵਗੈਰਾ ਸ਼ੁਰੂ ਕੀਤਾ ਆ, ਇਹ ਇਸ ਰੂਪ ਚ ਨਹੀਂ ਤੇ ਕਿਸੇ ਹੋਰ ਰੂਪ ਚ ਹੌਲੀ ਹੌਲੀ ਕਿਸੇ ਨਾ ਕਿਤੇ ਜਾ ਕੇ ਤੇ ਜਿਹੜਾ ਉਹ ਇਹਨਾਂ ਨੇ ਟੈਸਟ ਕਰ ਰਹੇ ਸੀਗੇ ਕੁਝ ਇੱਕ ਥਾਂ ਦੇ ਉੱਤੇ ਕਿ ਮਿਨੀਮਮ ਸੈਲਰੀ ਵਾਲਾ ਇੱਕ ਪ੍ਰੋਜੈਕਟ ਦੇ ਤੌਰ ਤੇ ਇਹਨਾਂ ਬਣਾਇਆ ਸੀਗਾ, ਉਹਦੇ ਵਿੱਚ ਕਨਵਰਟ ਹੋਣ ਦੀਆਂ ਸੰਭਾਵਨਾਵਾਂ ਬਣ ਰਹੀਆਂ ਨੇ। ਕਿਤੇ ਨਾ ਕਿਤੇ ਰੈਗੂਲਰਲੀ ਸਰਕਾਰਾਂ ਕੁਛ ਨਾ ਕੁਛ ਆਪਣੇ ਸਿਟੀਜ਼ਨ ਨੂੰ ਦਿੰਦੀਆਂ ਹੀ ਰਹਿਣਗੀਆਂ, ਬਹਾਨਾ ਚਾਹੇ ਕੋਈ ਹੋਵੇ। ਮਾਰਕਸਿਸਟ ਔਰ ਲੈਨਨ ਦੀ ਫਿਲਾਸਫੀ ਸੀਗੀ ਕਿ ਲੋਕਾਂ ਨੂੰ ਮਿਨੀਮਮ ਗਰੰਟੀ ਦਿੱਤੀ, ਇਹ ਉਹਨਾਂ ਦੀ ਫਿਲਾਸਫੀ। ਅੱਛਾ, ਉਹ ਜਦੋਂ 1917 ਦੇ ਵਿੱਚ ਰੈਵੋਲੂਸ਼ਨ ਹੋਇਆ USA ਦੇ ਵਿੱਚ, ਇੱਥੋਂ ਤੇ ਜਿਹੜਾ ਕੈਪੀਟਲਿਸਟ ਸੀਗਾ, ਇੱਥੋਂ ਦਾ ਜਿਹੜਾ ਇੰਡਸਟਰੀਅਲਿਸਟ ਸੀਗਾ, ਉਹਨੂੰ ਫਿਕਰ ਪੈਣਾ ਸ਼ੁਰੂ ਹੋ ਗਿਆ ਵੀ ਇਹ ਕੱਲ੍ਹ ਨੂੰ ਇੱਥੇ ਵੀ ਇਹ ਝਗੜਾ ਹੋ ਸਕਦਾ, ਇੱਥੇ ਵੀ ਲੇਬਰ ਮੂਵਮੈਂਟ ਹੋ ਸਕਦੀ ਹੈ, ਇੱਥੇ ਵੀ ਰੋਟੀ ਕੱਪੜੇ ਔਰ ਮਕਾਨ ਦਾ ਸਵਾਲ ਪੈਦਾ ਹੋ ਸਕਦਾ ਹੈ। ਉਦੋਂ 1932 ਦੇ ਵਿੱਚ ਜਦੋਂ ਪਹਿਲੀ ਵਾਰੀ ਰੂਜ਼ਵੈਲਟ ਬਣ ਕੇ ਆਇਆ, ਇਹ ਸਾਰੇ ਸੋਸ਼ਲ ਪ੍ਰੋਗਰਾਮਸ, ਹਾਂਜੀ, ਸੋਸ਼ਲ ਸਿਕਿਉਰਿਟੀ, ਹੈਲਥ, ਕੋਈ ਨਹੀਂ ਪੈਸਾ ਹੈਗਾ ਉਹਨੂੰ ਨਾ ਨਹੀਂ ਕੀਤੀ ਜਾਏਗੀ, ਜਿਹੜਾ ਹਸਪਤਾਲ ਚਲੇ ਜਾਏ ਉਹਨੂੰ ਨਾ ਨਹੀਂ ਪਏਗੀ, ਇਹ ਸਾਰੇ ਕੰਮ ਉਦੋਂ ਸ਼ੁਰੂ ਹੋਏ। ਫ੍ਰੀ ਐਜੂਕੇਸ਼ਨ, ਹਾਂਜੀ, ਇਹ ਕੰਮ ਕਦੋਂ ਸ਼ੁਰੂ ਹੋਏ? ਜਦੋਂ ਉਹਨਾਂ ਦੇ ਦਿਮਾਗ 'ਚ ਫੀਅਰ ਪੈ ਗਿਆ ਕਿ ਭਾਈ ਇੱਥੋਂ ਦੇ ਲੋਕਾਂ ਨੂੰ ਇਹ ਮਿਨੀਮਮ ਚੀਜ਼ਾਂ ਦਿਓ। ਮਿਨੀਮਮ ਚੀਜ਼ਾਂ ਕਿ ਬੰਦਾ ਭੁੱਖਾ ਨਾ ਮਰੇ, ਮਿਨੀਮਮ ਇਹ ਹੀ ਹੈ ਨਾ ਕਿ ਬੰਦਾ ਭੁੱਖਾ ਨਾ ਮਰੇ, ਜਦੋਂ ਕੋਈ ਮਕਾਨ ਨਹੀਂ ਹੈਗਾ ਤਾਂ ਸ਼ੈਲਟਰ ਬਣਾ ਦਿਓ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਦੋਂ ਇੰਟਰੋਡਿਊਸ ਕੀਤੀਆਂ ਗਈਆਂ। ਲੇਕਿਨ ਅਫਸੋਸ ਇਹ ਹੈ ਕਿ ਜਿਹੜੀ ਫਿਲਾਸਫੀ ਲੈਨਿਨ ਔਰ ਆਪਣੇ ਸੀ ਦੀ ਮਾਰਕਸ ਦੀ, ਉਹ ਫਿਲਾਸਫੀ ਨੂੰ ਗਲਤ ਢੰਗ ਦੇ ਨਾਲ ਇੰਪਲੀਮੈਂਟ ਕੀਤਾ ਗਿਆ। ਕਿਉਂਕਿ ਜਦੋਂ ਤੁਸੀਂ ਇਨਸਾਨ ਤੋਂ ਇਨਸੈਂਟਿਵ ਖੋਲੋਗੇ ਨਾ, ਇਨਸਾਨ ਜਿਹੜਾ ਹੈ ਉਹਦੀ ਹਿਊਮਨ ਬੀਇੰਗ ਜਿਹੜਾ ਉਹਨੂੰ ਇਨਸੈਂਟਿਵ ਦੀ ਜ਼ਰੂਰਤ ਹੈ। ਹਰ ਇਨਸਾਨ ਬਰਾਬਰ ਨਹੀਂ ਹੈਗਾ। ਉਹਨਾਂ ਨੇ ਜਿਹੜੀ ਫਿਲਾਸਫੀ ਬਣਾਈ ਸੀ, ਸਮਝ ਕੇ ਬਣਾਈ ਸੀ, ਹਰ ਇਨਸਾਨ ਬਰਾਬਰ ਹੈ। ਨੋ, ਐਵਰੀ ਹਿਊਮਨ ਬੀਇੰਗ ਇਜ਼ ਨਾਟ ਇਕੁਅਲ। ਅੱਛੀ, ਉਹਨਾਂ ਨੂੰ ਇਨਸੈਂਟਿਵ ਚਾਹੀਦਾ ਕਿ ਅਗਰ ਮੈਂ ਜ਼ਿਆਦਾ ਕੰਮ ਕਰਾਂ ਮੈਨੂੰ ਜ਼ਿਆਦਾ ਪੈਸੇ ਮਿਲਣੇ ਚਾਹੀਦੇ ਨੇ, ਮੈਂ ਆਪਣਾ ਮਕਾਨ ਹੋਵੇ। ਉਹਨਾਂ ਨੇ ਸਭ ਕੁਝ ਕਹਿਤਾ ਨਾ ਕਿ ਐਵਰੀਥਿੰਗ ਬਿਲੋਂਗਸ ਟੂ ਦਾ ਸਟੇਟ, ਨਥਿੰਗ ਬਿਲੋਂਗਸ ਟੂ ਦੀ ਪਰਸਨ। ਉਹ ਜਿਹੜੀ ਫਿਲਾਸਫੀ ਸੀਗੀ ਅਲਟੀਮੇਟਲੀ ਬਹੁਤ ਬੁਰੀ ਤਰ੍ਹਾਂ ਫੇਲ ਵੀ ਹੋਈ, ਫਲॉप ਵੀ ਹੋਈ। ਉਹ ਫਿਲਾਸਫੀਆਂ ਨੂੰ ਪਿਕਅਪ ਕਰਕੇ ਅੱਜ ਸਾਰੀ ਦੁਨੀਆ ਦੇ ਜਿਹੜੀਆਂ ਗੌਰਮੈਂਟਾਂ ਨੇ ਉਸ ਪਾਸੇ ਨੂੰ ਚੱਲ ਰਹੀਆਂ। ਬਿਲਕੁਲ। ਅੱਛਾ ਡਾਕਟਰ ਸਾਹਿਬ, ਆਪਾਂ ਫਿਰ ਥੋੜਾ ਜਿਹਾ ਇਲੈਕਸ਼ਨ ਨਾਲ ਪਰਤੀਏ। ਜਿਵੇਂ ਤੁਸੀਂ ਦੱਸਿਆ ਹੈ ਕਿ ਇਲੈਕਸ਼ਨ ਦੇ ਵਿੱਚ ਪਿਛਲੇ 15-20 ਦਿਨ ਤੋਂ ਜਦੋਂ ਦੀ ਇਲੈਕਸ਼ਨ ਅਨਾਉਂਸ ਹੋਈ ਆ, ਡੇ ਫਸਟ ਤੋਂ ਟਰੂਡੋ ਨੂੰ ਲੱਗਣ ਲੱਗ ਗਿਆ ਸੀਗਾ ਕਿ ਕਿਤੇ ਨਾ ਕਿਤੇ ਉਹ ਬੈਕਫੁੱਟ ਤੇ ਨੇ। ਉਹਨਾਂ ਨੇ ਆਪਣੇ ਐਮਪੀਜ਼ ਨੂੰ ਵੀ ਕਿਹਾ ਕਿ ਤੁਸੀਂ ਆਪਣੇ ਮੈਨੀਫੈਸਟੋ ਦੇ ਡਟੇ ਰਹੋ, ਕੁਝ ਨਹੀਂ ਹੁੰਦਾ। ਔਰ ਕੋਈ ਘਬਰਾਹਟ ਜ਼ਰੂਰ ਲਿਬਰਲ 'ਚ ਵੇਖੀ ਗਈ ਸੀ। ਹਾਲਾਂਕਿ ਸਾਡੇ 905 ਏਰੀਆ ਜਾਂ GTA ਵਗੈਰਾ ਏਰੀਆ ਦੇ ਵਿੱਚ ਥੋੜਾ ਜਿਹਾ ਉਹਨਾਂ ਦਾ ਬੈਲੈਂਸ ਸੀਗਾ, ਉਹਨਾਂ ਨੂੰ ਕੋਈ ਬਹੁਤੀ ਘਬਰਾਹਟ ਨਹੀਂ ਸੀ, ਪਰ ਬਾਕੀ ਜਗ੍ਹਾ ਤੇ ਉਹਨਾਂ ਨੂੰ ਲੱਗ ਰਿਹਾ ਸੀਗਾ ਕਿ ਅਸੀਂ ਪਛੜ ਰਹੇ ਹਾਂ। ਸੋ ਡਿਬੇਟ ਦੇ ਉੱਤੇ ਬਹੁਤ ਕੁਝ ਮਨਸਰ ਕਰਦਾ ਹੁੰਦਾ। ਜਿਹੜੀ ਡਿਬੇਟ ਹੋਈ ਇਸ ਵਾਰ ਦੀ, ਪਹਿਲੀ ਗੱਲ ਤੇ ਡਿਬੇਟ ਇੰਗਲਿਸ਼ ਵਿੱਚ ਹੋਈ ਇੱਕ ਆ, ਇਹਦਾ ਵੀ ਕ੍ਰਿਟਿਸਿਜ਼ਮ ਹੋਇਆ ਕਿ ਕਿਉਂ ਫ੍ਰੈਂਚ 'ਚ ਤੇ 2 ਹੋਈਆਂ ਤੇ ਇੱਥੇ ਇੱਕ ਵਾਰੀ ਇੱਕੋ ਹੋਈ ਆ, ਜਿਹੜੀ ਆਮ ਬਹੁਤੇ ਲੋਕ ਸਮਝਦੇ ਆ। ਮੈਨੂੰ ਨਹੀਂ ਪਤਾ ਕਿ ਫ੍ਰੈਂਚ ਵਾਕਿਆ ਹੀ ਅੱਧੇ ਕੁ ਲੋਕ ਸਮਝ ਲੈਂਦੇ ਆ ਕਿ ਨਹੀਂ ਕੈਨੇਡਾ ਦੇ। ਤੇ ਦੂਜੀ ਗੱਲ ਇਹ ਹੋਈ ਕਿ ਡਿਬੇਟ ਦਾ ਇੰਪੈਕਟ ਜਿਹੜਾ ਆ, ਉਹਦੇ ਐਨਾਲਿਸਿਸ ਜਿਹੜੇ ਬਾਹਰ ਆਏ, ਉਹ ਅਰਕੀ ਕੋਈ ਬਹੁਤੇ ਇੰਪ੍ਰੈਸਿਵ ਨਹੀਂ ਲੱਗਿਆ। ਕੋਈ ਸਾਰਾ ਕੁਝ ਕਿਹਾ ਜਾਂਦਾ ਹੈ ਕਿ ਡਿਬੇਟ ਦੇ ਉੱਤੇ ਬਹੁਤ ਕੁਝ ਡਿਪੈਂਡ ਕਰਦਾ, ਲੋਕ ਆਖਰੀ ਡਿਬੇਟ ਤੱਕ ਵੇਖਦੇ ਆ ਤੇ ਫਿਰ ਆਪਣਾ ਮਨ ਬਣਾਉਂਦੇ ਆ। ਇਸ ਵਾਰ ਦੀ ਡਿਬੇਟ ਨੂੰ ਤੁਸੀਂ ਕਿੱਦਾਂ ਵੇਖਿਆ? ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਐਤਕੀ ਇਹ ਰਿਪੋਰਟਾਂ ਆਈਆਂ ਕਿ 30% ਲੋਕਾਂ ਨੇ ਡਿਬੇਟ ਦੇ ਅੱਧ ਵਿਚਕਾਰ ਆਪਣੇ TV ਜਿਹੜੇ ਸੀ ਬਦਲ ਲਏ ਸੀ। 30% ਆਮ ਤੌਰ ਤੇ ਕੀ ਹੁੰਦਾ ਕਿ 30% ਵੱਧਦੇ ਨੇ, ਜਿਨ੍ਹਾਂ ਨੇ ਪਹਿਲਾਂ ਨਹੀਂ ਸੁਣੀ ਉਹ ਦੁਬਾਰਾ ਸ਼ੁਰੂ ਹੋਰ ਲਗਾ ਲੈਂਦੇ ਨੇ, TV ਸੁਣਨਾ ਸ਼ੁਰੂ ਕਰ ਦਿੰਦੇ ਨੇ। ਉਹਦਾ ਰੀਜ਼ਨ ਇਹ ਹੈ ਕਿ ਐਤਕੀ ਜਿਹੜਾ ਐਂਕਰਿੰਗ ਦਾ ਸਟਰਕਚਰ ਸੀਗਾ ਨਾ, ਮੈਨੂੰ ਹੋ ਗਏ 1968 ਤੋਂ ਡਿਬੇਟਾਂ ਸੁਣ, ਬੜਾ ਹੀ ਭੈੜਾ ਸੀਗਾ ਐਂਕਰਿੰਗ ਦਾ ਸਟਰਕਚਰ, ਹਾਂਜੀ। ਔਰ ਜਿਹੜੀ ਐਂਕਰ ਸੀਗੀ, ਮੇਨ ਐਂਕਰ, ਹਾਂਜੀ, ਉਹਨੂੰ ਇਹ ਸਮਝ ਨਹੀਂ ਸੀ ਆ ਰਹੀ ਕਿ ਮੈਂ ਕੀ ਕਰਾਂ ਕੀ ਨਾ ਕਰਾਂ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਜਸਟਨ ਟਰੂਡੋ ਇੱਕ ਕੁਐਸਚਨ ਦਾ ਜਵਾਬ ਦੇ ਰਹੇ ਸੀਗੇ, ਜਿਹੜੀ ਐਂਕਰ ਸੀਗੀ ਉਹਨੇ ਕਿਹਾ, ਸੌਰੀ ਜਸਟਨ, ਸੌਰੀ ਮਿਸਟਰ ਟਰੂਡੋ, ਯੂਰ ਟਾਈਮ ਇਜ਼ ਓਵਰ, ਆਈ ਕਾਂਟ ਅਲਾਉ ਯੂ। ਨੋ ਵਨ ਹੈਜ਼ ਐਵਰ ਸੈਡ, ਅਗਰ 30 ਸੈਕਿੰਡ ਹੋਰ ਲੈ ਲੈਂਦਾ ਤਾਂ ਕੋਈ ਫਰਕ ਨਹੀਂ ਸੀ। It would not have made any difference, but still
ਉਹਨਾਂ ਨੇ ਕਹਿ ਦਿੱਤਾ। ਮੇਰਾ ਆਪਣਾ ਇਹ ਮੰਨਣਾ ਹੈ ਕਿ ਇਹ ਡਿਬੇਟ ਜਿਹੜੀਆਂ ਨੇ ਉਹਨੇ ਐਤਕੀ ਕੋਈ ਬਹੁਤ ਵੱਡਾ ਡਿਫਰੈਂਸ ਨਹੀਂ ਪਾਇਆ। ਬਹੁਤ ਵੱਡਾ ਕੀ ਡਿਫਰੈਂਸ ਪਾਇਆ ਹੀ ਨਹੀਂ। ਮਾਈਨਸ ਹੋ ਸਕਦਾ, ਪਲੱਸ ਨਹੀਂ ਹੋਇਆ ਕਿਸੇ ਪਾਸਿਓਂ ਵੀ। ਹਾਂਜੀ ਹਾਂ, ਉਹਦੇ 'ਚ ਜਿਹੜਾ ਜਿਹਨੂੰ ਪਲੱਸ ਹੋਇਆ ਉਹਦੀ ਤਾਂ ਸ਼ਾਇਦ ਇੱਕ ਸੀਟ ਵੀ ਨਹੀਂ ਆਉਣੀ। ਸਭ ਤੋਂ ਵਧੀਆ ਜਿਹਨੇ ਮਤਲਬ ਉਸ ਡਿਬੇਟ ਦੇ ਵਿੱਚ ਪਰਫਾਰਮ ਕੀਤਾ ਉਹ ਤਾਂ ਐਨੀ ਪੌਲ ਸੀਗੀ ਆਪਣੇ ਗ੍ਰੀਨ ਪਾਰਟੀ ਦੀ। ਸਭ ਤੋਂ ਵਧੀਆ ਤਾਂ ਉਹਨੇ ਪਰਫਾਰਮ ਕੀਤਾ, ਲੇਕਿਨ ਉਹਨੂੰ ਤਾਂ ਆਪਣੀ ਸੀਟ ਵੀ ਨਹੀਂ ਮਿਲਣੀ। ਬਾਕੀ ਦੀਆਂ ਸੀਟਾਂ ਤੇ ਛੱਡੋ। ਪਰ ਡਾਕਟਰ ਸਾਹਿਬ ਮੈਨੂੰ ਤਾਂ ਉਹ ਪੌਲ ਦੀ ਵੀ ਕੋਈ ਏਡੀ ਵਧੀਆ ਮੈਨੂੰ ਲੱਗੀ ਨਹੀਂ। ਉਹ ਬਾਰ-ਬਾਰ ਮੇਰੇ ਗ੍ਰੈਂਡ ਜਿੱਦਾਂ ਮੈਂ ਇੱਥੇ ਵੇਖਦਾ ਹਾਂ ਜਦੋਂ ਲੋਕਲ ਲੈਵਲ ਦੀਆਂ ਇਲੈਕਸ਼ਨ ਹੁੰਦੀਆਂ ਨਾ, ਜਿੱਦਾਂ ਮੈਂ ਬਹੁਤ ਵਾਰੀ ਵੇਖਿਆ MPP ਜਾਂ ਕਿੱਦਾਂ, ਤੇ ਸਾਡੇ ਲੇਡੀਜ਼ ਖੜੀਆਂ ਹੁੰਦੀਆਂ ਤੇ ਉਹ ਰੈਫਰੈਂਸ ਦਿੰਦੀ ਜੀ ਮੈਂ 2 ਬੱਚਿਆਂ ਦੀ ਮਾਂ ਆ, ਮੈਨੂੰ ਪਤਾ ਬੱਚੇ ਕਿੱਦਾਂ ਪਾਲੀਦੇ ਆ। ਇਹੋ ਜਿਹੀਆਂ ਗੱਲਾਂ ਮਤਲਬ ਜਿਹੜੀਆਂ ਨਿੱਜੀ ਉਹੋ ਜਿਹੀਆਂ ਗੱਲਾਂ ਉਹਨਾਂ ਕੀਤੀਆਂ ਮੈਨੂੰ ਲੱਗੀਆਂ ਕਿ ਮੇਰੇ ਗ੍ਰੈਂਡ ਪੇਰੈਂਟਸ ਆ, ਮੈਂ ਉਹਨਾਂ ਨੂੰ ਵੇਖ ਰਹੀ ਹਾਂ, ਉਹਨਾਂ ਦੀਆਂ ਪ੍ਰੋਬਲਮ ਵੇਖਦੀ ਹਾਂ, ਮੇਰੇ ਕਿਡ ਆ, ਮੈਂ ਉਹਨਾਂ ਨੂੰ ਵੇਖ ਰਹੀ ਹਾਂ। ਲੋਕਾਂ ਨੇ ਭਈ ਤੁਹਾਡੇ ਪਰਸਨਲ ਕਿਡ ਤੁਹਾਡੇ ਤੋਂ ਕੀ ਲੈਣਾ, ਗੱਲ ਤੇ ਕਰੋ ਤੁਸੀਂ ਜਨਰਲ ਜਿਹੜੀ ਸਾਰੀ ਆ। ਉਹ ਰੈਫਰੈਂਸ ਜਿਹੜੇ ਦਿੰਦੇ ਨੇ ਇੱਥੇ ਲੋਕ ਉਹ ਕਈ ਵਾਰ ਬੜੇ ਮੈਨੂੰ ਹਲਕੇ ਲੱਗਦੇ ਆ। ਮੈਨੂੰ ਤਾਂ ਮੈਡਮ ਪਾਲ ਵੀ ਇਦਾਂ ਹੀ ਲੱਗੀ ਜੀ। ਨਹੀਂ, ਨਾਰਥ ਅਮਰੀਕਾ ਦੀ ਤੁਸੀਂ ਨਾ ਨਾਰਥ ਅਮਰੀਕਾ ਦੀ ਫਿਲਾਸਫੀ ਸਮਝੋ। ਨਾਰਥ ਅਮਰੀਕਾ ਦੀ ਔਰ ਕੈਪੀਟਲ ਦੀ ਫਿਲਾਸਫੀ ਹੈ ਫੈਮਿਲੀ ਓਰੀਐਂਟਡ, ਫੈਮਿਲੀ ਬੇਸਡ। ਫੈਮਿਲੀ ਦੀਆਂ ਗੱਲਾਂ ਕਰਨੀਆਂ ਬੜੀ ਜ਼ਰੂਰੀ ਹੁੰਦੀਆਂ ਨੇ ਕਿਸੇ ਵੀ ਇਲੈਕਸ਼ਨ ਦੇ ਵਿੱਚ। ਸੋ ਫੈਮਿਲੀ ਦੀਆਂ ਗੱਲਾਂ ਕਰਦੇ ਨੇ ਜਿਹਦੇ ਨਾਲ ਉਹਨਾਂ ਨੂੰ ਇਹ ਲੱਗਦਾ ਕਿ ਲੋਕ ਸਾਡੇ ਨਾਲ ਜੁੜਨਗੇ, ਸਾਨੂੰ ਵੋਟ ਪਾਉਣਗੇ। ਸੋ ਫੈਮਿਲੀ ਦੀ ਗੱਲ ਕਰਨਾ ਇਹਨਾਂ ਕੰਟਰੀਆਂ ਦੇ ਵਿੱਚ ਬਹੁਤ ਜ਼ਰੂਰੀ ਹੈ। ਔਰ ਜਿੰਨਾ ਵੀ ਤੁਸੀਂ ਸੀਨੀਅਰ ਨੂੰ ਨਾਲ ਲੈ ਕੇ ਆਓਗੇ ਉਹ ਹੋਰ ਵੀ ਜ਼ਰੂਰੀ ਹੈਗਾ। ਜੀ ਅੱਗੋਂ ਤੁਸੀਂ ਆਪਣਾ ਫੋਨ ਬੰਦ ਰੱਖਿਆ ਕਰੋ। ਮੇਰਾ ਸੋ ਮੈਂ ਸਾਡੇ ਆਪਰੇਟਰ ਸਾਹਿਬਾ ਛੱਡ ਕੇ ਚਲ ਗਏ ਫੋਨ, ਤੇ ਆਪ ਬਾਹਰ ਕੋਈ ਗੱਲ ਸੁਣਨ ਗਏ, ਤਾਂ ਕਰਕੇ ਗੱਲ ਹੈ। ਮੇਰੇ ਫੋਨ ਹਮੇਸ਼ਾ ਬੰਦ ਹੁੰਦੇ ਆ। ਥੋੜਾ ਜਿਹਾ ਗੜਬੜ ਹੋ ਜਾਂਦੀ ਕਦੀ ਇਸ ਤਰ੍ਹਾਂ ਦੀ ਹੁਣ। ਹਾਂਜੀ ਹਾਂ ਹਾਂਜੀ, ਨਹੀਂ ਮੇਰੇ ਫੋਨ ਤਾਂ ਹਮੇਸ਼ਾ ਮੈਂ ਸਾਰਿਆਂ ਨੂੰ ਕਹਿੰਦਾ ਫੋਨ ਬੰਦ ਕਰਕੇ ਰੱਖੋ। ਪਤਾ ਨਹੀਂ ਕਿਉਂ ਬੱਚੇ ਫਿਰ ਨਹੀਂ ਕਈ ਵਾਰ ਧਿਆਨ ਕਰਦੇ ਜੀ, ਫਿਰ ਉਹ ਗੜਬੜ ਹੋ ਜਾਂਦੀ ਆ। ਹਾਂਜੀ ਅੱਛਾ ਡਾਕਟਰ ਸਾਹਿਬ, ਡਿਬੇਟ ਤੋਂ ਬਾਅਦ ਡਿਬੇਟ ਦੇ ਵੇਲੇ ਵੀ ਜਿਹੜਾ ਸੀਗਾ ਉਹ ਜਿਹੜੇ ਜਗਮੀਤ ਸਿੰਘ ਸੀ ਉਹ ਬੜੇ ਕੌਨਫੀਡੈਂਟ ਨਜ਼ਰ ਆਏ ਜਿਸ ਤਰੀਕੇ ਨਾਲ ਉਹ ਗੱਲ ਕਰਦੇ ਸੀ। ਮੈਨੂੰ ਤਾਂ ਐਂ ਲੱਗਿਆ ਸੀਗਾ ਪਤਾ ਨਹੀਂ ਕਿਉਂ ਕਿ ਜਗਮੀਤ ਇਹਨਾਂ ਨੂੰ ਕਾਫੀ ਯਾਰ ਕਿ ਉਛਾਲਿਆ ਵੀ ਗਿਆ ਕਿ ਐਜ ਏ ਮੈਨ ਉਹਨਾਂ ਨੂੰ ਮਤਲਬ ਬਹੁਤ ਜ਼ਿਆਦਾ ਲੋਕ ਕੈਨੇਡੀਅਨ ਪਸੰਦ ਕਰਦੇ ਨੇ। ਸ਼ਾਇਦ ਇਸ ਚੀਜ਼ ਦਾ ਪ੍ਰਭਾਵ ਵੀ ਹੋਵੇ ਔਰ ਥੋੜ੍ਹਾ ਜਿਹਾ ਉਹਨਾਂ ਨੂੰ ਇਸ ਚੀਜ਼ ਦਾ ਬਲ ਮਿਲਿਆ ਹੋਵੇ। ਮੈਨੂੰ ਡਿਬੇਟ 'ਚ ਐਂ ਲੱਗਿਆ ਕਿ ਜਿੱਦਾਂ ਟਰੂਡੋ ਸਾਹਿਬ ਨੂੰ ਤਾਂ ਘੇਰਨ ਦੀ ਕੋਸ਼ਿਸ਼ ਹੋ ਰਹੀ ਸੀ ਬਾਰ-ਬਾਰ, ਤੇ ਉਹ ਬੈਕਫੁੱਟ ਤੇ ਸੀ ਜਾਂ ਉਹ ਥੋੜ੍ਹੇ ਜਿਹੇ ਡਿਫੈਂਸਿਵ ਸੀਗੇ। ਪਰ ਜਿਹੜੇ ਜਗਮੀਤ ਹਰੀ ਨੇ ਉਹ ਜਿਹੜੀ ਵੀ ਗੱਲ ਕਰਦੇ ਸੀ ਬੜੇ ਕੌਨਫੀਡੈਂਸ ਨਾਲ, ਬੜਾ ਆਪਣੇ ਹੱਥ ਦਾ ਕਦੀ 2 ਉਂਗਲਾਂ ਫੜਦੇ, ਕਦੀ ਇੱਕ ਮਤਲਬ ਇਹ ਐਕਸਪਲੇਨ ਕਰਦੇ ਸੀ ਜਿੱਦਾਂ ਇੱਕ ਟੀਚਰ ਕਿਸੇ ਨੂੰ ਗੱਲ ਸਮਝਾ ਰਿਹਾ ਹੁੰਦਾ ਆ। ਮੈਨੂੰ ਉਹਨਾਂ ਦਾ ਜਿਹੜਾ ਬੋਡੀ ਲੈਂਗੁਏਜ ਆ ਉਹ ਤੋਂ ਲੱਗਿਆ ਕਿ ਉਹ ਕਾਫੀ ਆਪਣੇ ਆਪ ਨੂੰ ਸਟਰੋਂਗ ਸਮਝ ਰਹੇ ਸੀਗੇ। ਹਾਲਾਂਕਿ ਆਪਾਂ ਵੇਖਦੇ ਆ ਕਿ ਪਾਰਟੀ ਪੋਜੀਸ਼ਨ ਦੇ ਵਿੱਚ ਬਹੁਤ ਪਿੱਛੇ ਨੇ। ਹਾਂ, ਮੈਂ ਇਹ ਗੱਲ ਕਰਦੇ ਹਾਂ ਜਦੋਂ ਮੈਨੂੰ ਆਪਣੇ ਬਹੁਤ ਪੰਜਾਬੀ ਮੇਰੇ ਕੋਲ ਵੀ ਆ ਕੇ ਗੱਲ ਕਰਦੇ ਜੀ ਕਮਾਲ ਕਰਤਾ ਸਾਡੇ ਲੀਡਰ ਹੈ। ਮੈਨੂੰ ਬੜਾ ਮੈਂ ਸੋਚਦਾ ਕਿ ਦੇਖੋ ਕੋਈ ਲੌਜਿਕ ਨਹੀਂ, ਕੋਈ ਰੀਜ਼ਨਿੰਗ ਨਹੀਂ ਹੈਗੀ। ਲੀਡਰ ਦਾ ਕਿੱਥੋਂ ਪਤਾ ਲੱਗਦਾ? ਲੀਡਰ ਦਾ ਪਤਾ ਲੱਗਦਾ ਜਦੋਂ ਲੋਕ ਕਹਿੰਦੇ ਨੇ ਕਿ ਮੇਰੀ ਪ੍ਰੈਫਰੈਂਸ ਕੀ ਹੈ ਐਜ਼ ਪ੍ਰਾਈਮ ਮਿਨਿਸਟਰ। ਹਾਂਜੀ, ਪ੍ਰੈਫਰੈਂਸ ਅੱਜ ਜਿਹੜੀ ਪ੍ਰਾਈਮ ਮਿਨਿਸਟਰ ਦੀ ਹੈਗੀ ਹੈ ਉਹ ਜਸਟਿਨ ਟਰੂਡੋ ਦੀ 33% ਦੇ ਉੱਪਰ ਹੈ। 30% ਦੇ ਉੱਪਰ ਜੀ ਇਸ ਵਕਤ ਪੀਟਰ ਓਟੂਲ ਹੈ ਔਰ 16% ਦੇ ਉੱਪਰ ਜਗਮੀਤ ਸਿੰਘ ਹੈ। ਹਾਲਾਂਕਿ ਉਹਦੇ ਆਪਣੇ 25% 20% ਵੋਟਰ ਹੈਗੇ ਨੇ, ਲੇਕਿਨ ਫਿਰ ਵੀ ਉਹਦੀ ਜਿਹੜੀ ਲਾਈਕਿੰਗ ਆਉਂਦੀ ਹੈ ਟੂ ਬੀ ਅ ਪ੍ਰਾਈਮ ਮਿਨਿਸਟਰ ਇਟ ਇਜ਼ ਓਨਲੀ 16%। ਪਹਿਲਾਂ 18 ਸੀ, ਹੁਣ ਘਟ ਗਿਆ, ਅੱਜ 16% ਹੋ ਗਿਆ। ਸੋ ਨਹੀਂ ਡਾਕਟਰ ਸਾਹਿਬ ਉਹ ਓਵਰਆਲ NDP ਦੀ ਸੀਗੀ ਜਿਹੜੀ ਐਜ ਏ ਮਤਲਬ ਪ੍ਰਾਈਮ ਮਿਨਿਸਟਰ ਜਿਹੜੀ ਪਹਿਲੇ ਸਰਵੇ ਆਉਂਦੇ ਨੇ। ਹਾਂਜੀ ਮਿਨਿਸਟਰ ਦੀ ਗੱਲ ਕਰੇ ਅੱਜ ਹੁਣੇ ਜਿਹੜੀ ਲੇਟੈਸਟ ਸ਼ਾਮ ਨੂੰ 5 ਵਜੇ ਆਈ ਹਾਂਜੀ 33 29 16। ਅੱਛਾ ਜੀ, 16 18 ਦੇ ਵਿਚਕਾਰ। ਸੋ ਅਗਰ 16 18 ਦੇ ਵਿਚਕਾਰ ਹੈ ਤੇ ਕਿਹੜਾ ਮਾਰਕਾ ਮਾਰ ਰਿਹਾ? ਇਹ ਮਾਰ ਕੇ ਤਾਂ ਮਰਦੇ ਨੇ ਜਦੋਂ ਲੋਕ ਇਹ ਕਹਿਣ ਕਿ ਨਹੀਂ ਜੀ ਸਾਡੀ ਫਸਟ ਚੋਇਸ ਹੈ ਹਾਂਜੀ, ਫਿਰ ਸੈਕੰਡ ਚੋਇਸ, ਫਿਰ ਥਰਡ ਚੋਇਸ ਹੈ। ਸੋ ਕਿਤੇ ਨਾ ਕਿਤੇ ਜਾ ਕੇ ਵੀ ਹੈਵ ਟੂ ਰੀਅਲਾਈਜ਼ ਕਿ ਇਹ ਕੋਈ ਏਡੀ ਵੱਡੀ ਗੱਲ ਨਹੀਂ ਹੈ ਕਿ ਇਹ ਠੀਕ ਹੈ। ਹੀ ਇਜ਼ ਅ ਵੈਰੀ ਕੌਨਫੀਡੈਂਟ ਬॉय ਹਾਂਜੀ, ਉਹਨਾਂ ਨੇ ਇੱਥੇ ਜੰਪਲ ਨੇ, ਪੜ੍ਹੇ ਲਿਖੇ ਨੇ ਐਂਡ ਹੀ ਟਾਕਸ ਵਿਦ ਕੌਨਫੀਡੈਂਸ। ਲੇਕਿਨ ਬਾਕੀ ਦੇ ਲੀਡਰਾਂ ਨੇ ਵੀ ਬਹੁਤ ਕੌਨਫੀਡੈਂਸ ਦਿੱਤਾ। ਪਤਾ ਨਹੀਂ ਤੁਹਾਨੂੰ ਕਿਉਂ ਨਹੀਂ ਲੱਗਿਆ, ਲੇਕਿਨ ਯੈਸ ਸਾਰੀ ਦੁਨੀਆ ਦਾ ਇਹ ਖਿਆਲ ਹੈਗਾ ਯੂਨੈਨਿਮਸ ਕਿ ਐਨੀ ਪੌਲ ਵਨ ਦੀ ਡਿਬੇਟ ਐਂਡ 1% ਵੀ ਨੁਕਸਾਨ ਨਹੀਂ ਹੋਇਆ
ਉਹ ਟੂਲ ਨੂੰ। ਜੇ ਨੁਕਸਾਨ ਹੋਇਆ ਤੇ ਉਹ ਜਸਟਿਨ ਟਰੂਡੋ ਨੇ ਹੋਇਆ, ਔਰ ਡਿਬੇਟ ਦੇ ਬਾਅਦ 4 ਦਿਨ ਉਹਨੂੰ ਨੁਕਸਾਨ ਰਿਹਾ ਵੀ। ਲੇਕਿਨ ਮੈਂ ਤੁਹਾਨੂੰ ਦੱਸਿਆ ਹੁਣ ਜਿਹੜੇ ਫੈਕਟਰ ਬਦਲ ਗਏ ਨੇ ਇਨ ਦ ਲਾਸਟ 3 ਡੇਜ਼, ਜਿਹੜੇ ਫੈਕਟਰ ਬਦਲੇ ਨੇ ਉਹ ਬਦਲੇ ਨੇ ਜਿਹੜੀ ਪੀਪੀ ਹੈ ਜੀ ਉਹਦਾ 3% ਤੋਂ 6.5% ਤੇ ਪਹੁੰਚਣਾ, ਕੰਜ਼ਰਵੇਟਿਵ ਦੀਆਂ ਵੋਟਾਂ ਕੱਟਣੀਆਂ, ਔਰ ਜਿਹੜਾ ਐਨਡੀਪੀ ਦਾ ਵੋਟਰ ਹੈ ਉਹਦਾ ਲਿਬਰਲ ਪਾਰਟੀ ਵੱਲੋਂ ਝੁਕਾਅ ਹੋਣਾ। ਥੀਸ ਆਰ ਦ 2 ਮੇਜਰ ਫੈਕਟਰ। ਜੀ ਅੱਛਾ ਡਾਕਟਰ ਸਾਹਿਬ, ਡਿਬੇਟ ਦੇ ਵਿੱਚ ਇੱਕ C21 ਜਿਹੜਾ ਬਿੱਲ ਹੈ ਉਹਦੇ ਤੇ ਬੜੀ ਚਰਚਾ ਹੋਈ ਆ, ਉੱਤੇ ਕੁਐਸਚਨਿੰਗ ਹੋਈ, ਔਰ ਬਲਾਕ ਕਿਊਬਿਕਾ ਦੇ ਜਿਹੜੇ ਲੀਡਰ ਸਾਹਿਬਾਨ ਨੇ, ਮੈਨੂੰ ਤਾਂ ਕਿਤੇ ਕਿਤੇ ਇਦਾਂ ਲੱਗਿਆ ਕਿ ਉਹ ਫੈਡਰਲ ਇਲੈਕਸ਼ਨ ਨਹੀਂ ਲੜ ਰਹੇ, ਉਹ ਕੱਲੀ ਕਿਊਬਿਕ ਦੀ ਇਲੈਕਸ਼ਨ ਲੜ ਰਹੇ ਆ। ਉਹ ਬਾਰ-ਬਾਰ ਕਿਊਬਿਕ ਦੇ ਰੈਫਰੈਂਸ ਦੇਈ ਜਾ ਰਹੇ ਸੀਗੇ, ਯਾਨੀ ਕਿ ਫੈਡਰਲ ਇਲੈਕਸ਼ਨ ਦੇ ਵਿੱਚ ਪੂਰੇ ਕੈਨੇਡਾ ਦੀ ਗੱਲ ਕਰਨੀ ਚਾਹੀਦੀ ਆ, ਨਾ ਕਿ ਇੱਕ ਪ੍ਰੋਵਿੰਸ ਦੀ ਜ਼ਿਆਦਾ ਉਹਨੂੰ, ਜਿਸ ਤਰ੍ਹਾਂ ਉਹ ਕਰ ਰਹੇ ਸੀ। ਹਾਲਾਂਕਿ ਉਹ ਆਪਾਂ ਸਮਝਦੇ ਹਾਂ ਕਿ ਉਹਨਾਂ ਦਾ ਜ਼ਿਆਦਾ ਹੋਲਡ ਕਿਊਬਿਕ ਦੇ ਵਿੱਚ ਹੀ ਹੋਏਗਾ, ਇਸ ਕਰਕੇ ਹੀ ਕਰਦੇ ਹੋਣਗੇ। ਤੇ C20 ਬਿੱਲ ਦੇ ਉੱਤੇ ਵੀ ਕਾਫੀ ਚਰਚਾ ਹੋਈ, ਉਹਦੇ ਬਾਰੇ ਤੁਸੀਂ ਕਮੈਂਟ ਦੇਣਾ ਚਾਹੋਗੇ? ਨਹੀਂ, ਦੇਖੋ ਪਹਿਲੀ ਗੱਲ ਤਾਂ ਹੈ ਕਿ ਯੂ ਹੈਵ ਟੂ ਅੰਡਰਸਟੈਂਡ, ਜਿਹੜਾ ਮਿਸਟਰ ਬਲੈਂਸ਼ੇ ਐਸ ਦਾ ਲੀਡਰ ਹੈਗਾ ਨਾ, ਹੀ ਬਿਲੋਂਗਸ ਟੂ ਕਿਊਬਿਕਾ ਪਾਰਟੀ। ਉਹਨੇ ਸਾਫ਼ ਕਹਿ ਦਿੱਤਾ ਡਿਬੇਟ ਦੇ ਵਿੱਚ, ਆਈ ਐਮ ਨਾਟ ਹੇਅਰ ਫॉर ਪ੍ਰਾਈਮ ਮਿਨਿਸਟਰ, ਆਈ ਐਮ ਹੇਅਰ ਓਨਲੀ ਟੂ ਟਾਕ ਅਬਾਊਟ ਮਾਈ ਇੰਡੀਪੈਂਡੈਂਟ ਕੰਟਰੀ ਕਿਊਬਿਕ। ਉਹਨੇ ਤੇ ਇੱਥੋਂ ਤੱਕ ਕਿਹਾ ਮਾਈ ਕੰਟਰੀ ਕਿਊਬਿਕ। ਸੋ ਇਸ ਕਰਕੇ ਉਹਨਾਂ ਦੇ ਬਾਰੇ ਗੱਲ ਕਹਿਣੀ ਫੈਡਰਲ ਹੈਜ਼ ਨੋ ਮੀਨਿੰਗ। ਇਹ ਤੇ ਜਿਹੜੀ ਸਾਡੀ ਇਲੈਕਸ਼ਨ ਕਮਿਸ਼ਨ ਆ ਉਹ ਬੇਵਕੂਫ ਨੇ, ਉਹਨਾਂ ਨੂੰ ਕੀ ਜ਼ਰੂਰਤ ਹੈ ਉਸ ਬੰਦੇ ਨੂੰ ਬੁਲਾਉਣ ਦੀ। ਉਹਨੂੰ ਇੱਕ ਡਿਬੇਟ ਦੇ ਵਿੱਚ ਜਿਹੜੀ ਫ੍ਰੈਂਚ ਹੋਣੀ ਸੀ ਉਹਦੇ 'ਚ ਬੁਲਾਉਂਦੇ, ਇੰਗਲਿਸ਼ ਡਿਬੇਟ ਦੇ ਵਿੱਚ ਹੀ ਹੈਜ਼ ਨੋ ਬਿਜ਼ਨਸ ਟੂ ਕਮ। ਦੈਟਸ ਨੰਬਰ 1। ਨੰਬਰ 2, 20% ਲੋਕ ਫ੍ਰੈਂਚ ਬੋਲਦੇ ਨੇ ਜੀ, 80% ਇੰਗਲਿਸ਼ ਨੇ। 2 ਡਿਬੇਟਾਂ ਜਿਹੜੀਆਂ ਫ੍ਰੈਂਚ ਵਿੱਚ ਰੱਖੀਆਂ ਗਈਆਂ ਨੇ, ਹੂ ਇਜ਼ ਰਿਸਪੋਂਸਿਬਲ ਫॉर दैट? ਇਟ ਇਜ਼ ਸੱਚ ਅ ਫੁਲਿਸ਼ ਐਕਟ ਔਨ ਦੀ ਪਾਰਟ ਆਫ ਦੀ ਜੀ ਕੈਨੇਡੀਅਨ ਇਲੈਕਸ਼ਨ ਕਮਿਸ਼ਨ, ਜਿਨ੍ਹਾਂ ਨੇ ਡਿਬੇਟਾਂ ਕਰਾਉਂਦੇ ਨੇ। ਇਹ ਕੋਈ ਤੁਕ ਬਣਦਾ ਕਿ 80% ਤੁਸੀਂ ਇੱਕ ਬੰਦੇ ਨਾਲ, ਫਿਰ 80% ਦੇ ਵਿੱਚ ਤੁਸੀਂ 5 ਬੰਦੇ ਖੜੇ ਕਰਦੇ। ਉਹ 2 ਡਿਬੇਟਾਂ 'ਚ 4 ਬੰਦੇ ਖੜੇ ਕੀਤੇ। ਸੋ ਟਾਈਮ ਘੱਟ ਜਾਂਦਾ ਨਾ ਲੀਡਰਾਂ ਨੂੰ ਬੋਲਣ ਦੇ ਵਿੱਚ। ਫਿਰ 40 ਸੈਕਿੰਡ ਤੁਸੀਂ ਦੇਖੋ, ਇੱਕ ਤੁਸੀਂ ਪੋਲੀਟੀਕਲ ਪਾਰਟੀ ਦੇ ਇੱਕ ਲੀਡਰ ਨੂੰ 40 ਸੈਕਿੰਡ ਦਿੰਦੇ। 40 ਸੈਕਿੰਡ ਇਜ਼ ਨਥਿੰਗ ਫॉर ਅ ਲੀਡਰ। ਉਹਨੂੰ ਕਮ ਸੇ ਕਮ 2-2 ਮਿੰਟ ਦੇਣੇ ਚਾਹੀਦੇ ਨੇ ਹਰ ਕੁਐਸਚਨ ਦੇ ਬਾਅਦ, ਨਾਟ 40 ਸੈਕਿੰਡ। ਅੱਛਾ ਡਾਕਟਰ ਸਾਹਿਬ, ਤੁਹਾਡੀ ਨਜ਼ਰ 'ਚ ਸਭ ਤੋਂ ਜ਼ਿਆਦਾ ਮੰਥਨ ਕਿਹੜੀ ਚੀਜ਼ ਤੇ ਆ? ਇੱਕ ਤੇ ਅਫੋਰਡੇਬਿਲਿਟੀ ਤੇ ਬਹੁਤ ਜ਼ਿਆਦਾ ਗੱਲ ਹੋ ਰਹੀ ਸੀ, ਇਨਵਾਇਰਨਮੈਂਟ ਤੇ ਵੀ ਮੈਂ ਵੇਖਿਆ ਵਾ, ਪਰ ਜ਼ਿਆਦਾ ਅਫੋਰਡੇਬਿਲਿਟੀ ਜਿਹੜੀ ਆ ਉਹਦੇ ਵਿੱਚ ਘਰਾਂ ਦੇ ਉੱਤੇ ਜਿਹੜੀ, ਜਿੱਦਾਂ ਪਾਰਟੀਆਂ ਨੇ ਤੁਸੀਂ ਦੱਸਿਆ ਕਿ ਸਾਰੀਆਂ ਨੇ ਪ੍ਰੋਗਰਾਮ ਵੀ ਦੇ ਦਿੱਤੇ ਕਿ ਅਸੀਂ ਅਫੋਰਡੇਬਲ ਹਾਊਸ ਬਣਾਵਾਂਗੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕੈਨੇਡੀਅਨ ਇਲੈਕਸ਼ਨ, ਮੇਰਾ ਬਹੁਤਾ ਤਜਰਬਾ ਨਹੀਂਗਾ, ਮੈਂ 2-4 ਹੀ ਇਲੈਕਸ਼ਨਾਂ ਵੇਖੀਆਂ ਨੇ, ਤੁਸੀਂ ਬਹੁਤ ਲੰਬੇ ਸਮੇਂ ਤੋਂ, ਜਿਹੜਾ ਇਹ ਚੀਜ਼ ਕਹਿੰਦੇ ਕਦੀ ਵੀ ਕਿਸੇ ਵੀ ਪਾਰਟੀ ਨੇ ਆਪਣੇ ਏਜੰਡੇ ਤੇ ਨਹੀਂ ਸੀ ਲਈ ਅਫੋਰਡੇਬਲ ਹਾਊਸਿਸ ਵਾਲੀ ਗੱਲ। ਪਿਛਲੀ ਇਲੈਕਸ਼ਨ ਵੇਲੇ ਮੈਂ ਸੁਣਦਾ ਸੀਗਾ, ਕਹਿੰਦੇ ਸੀਗੇ ਕਿ ਜਿਹੜੇ ਲੋ ਇਨਕਮ ਲੋਕ ਨੇ ਉਹਨਾਂ ਵਾਸਤੇ ਕੁਝ ਘਰ ਬਣਨਗੇ, ਜਾਂ ਬਣਾਇਆ ਤੇ ਕਿਤੇ ਮੈਨੂੰ ਨਜ਼ਰ ਨਹੀਂ ਆਉਂਦਾ। ਸਗੋਂ ਹੋਇਆ ਇਦਾਂ ਹੀ ਆ ਕਿ ਜਿੱਥੇ ਪਾਰਕਾਂ ਵੀ ਸੀ ਉੱਥੇ ਵੀ ਘਰ ਬਣਾ ਲਏ ਨੇ ਇਹਨਾਂ ਨੇ, ਧੱਕੇ ਨਾਲ ਜਿਹੜੇ ਬਿਲਡਰ ਨੇ ਜੀ ਉਹਨਾਂ ਦੀ ਚੱਲਦੀ ਆ। ਤੇ ਜਿਹੜੇ ਅਫੋਰਡੇਬਲ ਹਾਊਸਿਸ ਦੀ ਗੱਲ ਹੁਣ ਤਿੰਨਾਂ ਹੀ ਪਾਰਟੀਆਂ ਨੇ ਬੜੇ ਜ਼ੋਰ ਨਾਲ ਕਹੀ ਆ, ਇਹ ਕਹਿੰਦੇ ਆ ਕਦੀ ਏਜੰਡੇ ਤੇ ਹੁੰਦੀ ਨਹੀਂ ਸੀ, ਇਹਦੇ ਉੱਤੇ ਵੀ ਕਾਫੀ ਚਰਚਾ ਹੋਈ ਆ। 1980 ਤੱਕ ਇੱਥੇ ਬਕਾਇਦਾ ਘਰ ਬਣਦੇ ਹੁੰਦੇ ਸੀਗੇ, ਜਿਨ੍ਹਾਂ ਦੀ ਪਾਰਟਿਕੂਲਰ ਪੇ ਲੈਵਲ ਹੁੰਦਾ ਸੀਗਾ, ਹਾਂਜੀ, ਉਸ ਤੋਂ ਘੱਟ ਹੁੰਦਾ ਸੀ, ਤੇ ਉਹਨਾਂ ਨੂੰ ਕਿਹਾ ਜਾਂਦਾ ਸੀ ਵੀ ਤੁਸੀਂ ਮਕਾਨ ਜਿਹੜੇ ਆ ਉਹਨਾਂ ਨੂੰ 50% ਤੇ ਮਿਲਦੇ ਸੀਗੇ। ਉਹਨਾਂ ਦੀਆਂ ਫਿਰ ਲਾਟਰੀਆਂ ਨਿਕਲਦੀਆਂ ਸੀਗੀਆਂ, ਜਿਨ੍ਹਾਂ ਦੀ ਲਾਟਰੀ ਨਿਕਲ ਜਾਂਦੀ ਸੀ ਉਹਨਾਂ ਨੂੰ ਮਕਾਨ ਮਿਲ ਜਾਂਦੇ ਸੀ। 500 ਮਕਾਨ ਬਣਦਾ ਸੀਗਾ। ਸੋਸ਼ਲ ਹਾਊਸਿੰਗ ਬਹੁਤ ਜ਼ਿਆਦਾ ਬੜੀ ਹੋਈ ਹੈ ਟਿਲ 1980, ਲੇਕਿਨ ਪਾਪੂਲੇਸ਼ਨ ਜਦ ਵਧਣੀ ਸ਼ੁਰੂ ਹੋ ਜਾਂਦੀ ਹੈ, ਫਿਰ ਜਦੋਂ ਘਰ ਦੀ ਅਫੋਰਡੇਬਿਲਿਟੀ, ਦੇਖੀਏ ਅਫੋਰਡੇਬਿਲਿਟੀ ਜਿਹੜੀ ਹੈ 2010 ਤੱਕ ਸੀਗੀ, ਲੇਕਿਨ 2010 ਦੇ ਬਾਅਦ ਅਫੋਰਡੇਬਿਲਿਟੀ ਘਟਦੀ ਗਈ, ਅੱਜ ਇੰਪੋਸੀਬਲ ਹੋ ਗਈ। ਸੋ ਜਦੋਂ ਇੱਕ ਸਿਚੁਏਸ਼ਨ ਇਸ ਲੈਵਲ ਤੇ ਪਹੁੰਚ ਜਾਂਦੀ ਹੈ, ਬਿਮਾਰੀ ਜਦੋਂ ਇੱਕ ਬਹੁਤ ਵੱਡਾ ਜੀ ਬਹੁਤ ਗਹਿਰਾ ਰੂਪ ਲੈ ਲੈਂਦੀ ਹੈ, ਕਤਲਾਨਾ ਰੂਪ ਲੈ ਲੈਂਦੀ ਹੈ, ਫਿਰ ਗੌਰਮੈਂਟਾਂ ਜਾਗਦੀਆਂ, ਫਿਰ ਉਹਨੂੰ ਪਤਾ ਲੱਗਦਾ ਕਿ ਲਓ ਜੀ ਇੱਥੇ ਤੇ ਡਾਇਰੀਆ ਦੀ ਬਿਮਾਰੀ ਸ਼ੁਰੂ ਹੋ ਗਈ, ਇੱਥੇ ਫਲਾਣੀ ਬਿਮਾਰੀ ਸ਼ੁਰੂ ਹੋ ਗਈ। ਕੋਵਿਡ ਦਾ ਤਾਂ ਦੁਨੀਆ ਨੂੰ ਕਿਸੇ ਨੂੰ ਪਤਾ ਹੀ ਨਹੀਂ ਸੀ। ਸੋ ਪਹਿਲੇ 6 ਮਹੀਨੇ ਤੇ ਨੋ ਵਨ ਕੁਡ ਨੋ ਕਿ ਇਹ ਹੈ ਕੀ ਚੀਜ਼ ਹੈ, ਇਹ ਆਈ ਕੀ ਹੈ। ਸੋ ਇਹੋ ਹੀ ਸੀ ਨਾ, ਇੱਕ ਵਾਇਰਸ ਇਜ਼ ਅ ਕਾਮਨ ਵਰਡ, ਵਾਇਰਸ ਇਜ਼ ਨਾਟ ਅ ਨੇਮ ਆਫ ਦੀ ਡਿਜ਼ੀਜ਼, ਵਾਇਰਸ ਇਜ਼ ਅ ਕਾਮਨ ਵਰਡ। ਸੋ ਇਸ ਤਰ੍ਹਾਂ ਦੀਆਂ ਜਦੋਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ, ਇਨ ਦੀ ਲਾਸਟ 5 years
Housing has become a very very difficult thing for a new person to buy. ਮੈਂ ਸਮਝਦਾ ਜਿਹੜੇ ਬਹੁਤ ਵੱਡੇ ਮੁੱਦੇ ਸੀਗੇ ਉਹ ਕਿਸੇ ਨੇ ਵੀ ਨਹੀਂ ਉਠਾਏ। ਮੁੱਦਾ ਸੀਗਾ ਕਰਪਸ਼ਨ ਦਾ, ਮੁੱਦਾ ਸੀਗਾ ਜਿਹੜੇ ਨੌਜਵਾਨ ਯੂਨੀਵਰਸਿਟੀਆਂ ਤੋਂ ਪੜ੍ਹ ਕੇ ਬਾਹਰ ਆ ਰਹੇ ਨੇ ਉਹਨਾਂ ਨੂੰ ਆਪਣੀ ਲਾਈਨਾਂ 'ਚ ਜੌਬ ਨਹੀਂ ਮਿਲ ਰਹੀਆਂ। ਨੋ ਪਾਰਟੀ ਹੈਜ਼ ਟੇਕਨ ਦੈਟ ਇਨਟੂ ਅਕਾਊਂਟ। ਕਿਸੇ ਪਾਰਟੀ ਨੇ ਉਹਦੇ ਬਾਰੇ ਗੱਲਾਂ ਹੀ ਨਹੀਂ ਕੀਤੀਆਂ। ਮੈਨੂੰ ਲੱਗਦਾ ਸੀ NDP ਜਿਹੜੀ ਹੈ ਉਹਦੇ ਬਾਰੇ ਗੱਲਾਂ ਕਰੇਗੀ, ਉਹਨਾਂ ਨੇ ਵੀ ਨਹੀਂ ਕੀਤੀਆਂ। ਜੌਬ ਕ੍ਰੀਏਸ਼ਨ ਦੀ ਕਿਸੇ ਨੇ ਗੱਲ ਨਹੀਂ ਕੀਤੀ। ਹਾਂਜੀ, ਕਿਸ ਤਰ੍ਹਾਂ ਲੋਕਾਂ ਦਾ ਸਟੈਂਡਰਡ ਆਫ ਲਿਵਿੰਗ ਉੱਚਾ ਕਰਨਾ ਉਹਦੇ ਬਾਰੇ ਕਿਸੇ ਨੇ ਗੱਲ ਨਹੀਂ ਕੀਤੀ। ਸਭ ਨੇ ਗੱਲ ਕੀਤੀ ਦੇਵਾਂਗੇ ਹਾਂਜੀ ਫ੍ਰੀ। ਉਹਦੇ ਨਾਲ ਸਟੈਂਡਰਡ ਆਫ ਲਿਵਿੰਗ ਨਹੀਂ ਉੱਚਾ ਹੁੰਦਾ। ਆਪਣੇ ਹਰਜੀਤ ਜੀ, ਸਟੈਂਡਰਡ ਆਫ ਲਿਵਿੰਗ ਉੱਚਾ ਹੁੰਦਾ ਜਦੋਂ ਤੁਸੀਂ ਵੇਜਿਸ बढ़ाओ। ਸਟੈਂਡਰਡ ਆਫ ਲਿਵਿੰਗ ਉੱਚਾ ਹੁੰਦਾ ਜਦੋਂ ਲੋਕਾਂ ਦੀ ਜੇਬਾਂ 'ਚ ਪੈਸੇ ਜਾਣ ਔਰ ਆਪਣੇ ਹਿਸਾਬ ਦੇ ਨਾਲ ਆਪਣੀ ਲਾਈਫ ਨੂੰ ਲੀਡ ਕਰਨ। ਗਿਵਿੰਗ ਦੇ ਨਾਲ ਕੋਈ ਇੰਨਾ ਫਰਕ ਨਹੀਂ ਪੈਂਦਾ। ਕਿੰਨਾ ਜੇ $2 ਦੇ ਦਿੱਤਾ, ਚਲੋ ਉਸ ਵਕਤ ਲੋਕਾਂ ਦਾ ਜਿਹੜਾ ਸੀਗਾ ਕਾਫੀ ਕੰਮ ਬਣ ਗਿਆ, ਲੇਕਿਨ ਕਿਆ $2 ਦੇ ਨਾਲ ਤੁਸੀਂ ਕੈਨੇਡਾ 'ਚ ਰਹਿ ਸਕਦੇ ਹੋ? ਸੋ ਜਿਹੜੇ ਮੋਟੇ ਮੁੱਦੇ ਸੀਗੇ ਜਿਹੜੇ ਐਕਚੁਅਲੀ ਜਿਹਦੇ ਤੇ ਫਿਊਚਰ ਡਿਪੈਂਡ ਕਰਦਾ ਜਨਰੇਸ਼ਨ, ਉਹ ਤਾਂ ਕਿਤੇ ਉਠਾਇਆ ਹੀ ਨਹੀਂ। ਅੱਛਾ ਡਾਕਟਰ ਸਾਹਿਬ, ਪਹਿਲਾਂ ਜਿਹੜੇ ਹਾਰਪਰ ਸਾਹਿਬ ਵੇਲੇ ਆਪਾਂ ਸੁਣਦੇ ਹੁੰਦੇ ਸੀਗੇ ਤੇ ਬੜਾ ਕਹਿੰਦੇ ਸੀ ਕਿ ਹਾਰਪਰ ਦੀ ਇਕਨੋਮੀ ਦੇ ਬੜੇ ਤਗੜੇ ਮਾਸਟਰ ਨਿਕਲੇ, ਉਹਨਾਂ ਨੇ ਬਸ ਡੈਫਿਸਿਟ ਜਿਹੜੇ ਆ ਉਹ ਬੈਲੈਂਸ ਕਰ ਦਿੱਤੇ, ਹੋਰ ਡੈਥ ਤੋਂ ਬਾਹਰ ਕੱਢ ਦਿੱਤਾ ਕੰਟਰੀ ਨੂੰ। ਇਹ ਮੁੱਦੇ ਵੀ ਯਾਰ ਕਿ ਕੋਈ ਜਿੱਦਾਂ ਰੌਲਾ ਸੀਗਾ ਇਲੈਕਸ਼ਨ ਤੋਂ ਪਹਿਲਾਂ ਵੀ ਇਹ ਬੜੇ ਵੱਡਾ ਸਾਡੇ ਤੇ ਸੰਕਟ ਆ ਜਾਣਾ ਜੀ, ਜਿਸ ਤਰ੍ਹਾਂ ਪੈਸੇ ਵੰਡੇ ਗਏ ਨੇ, ਇਹ ਤੋਂ ਬਾਅਦ ਇੱਕ ਜਿਹੜੇ ਕਰਜ਼ੇ ਨੇ, ਇਹਨਾਂ ਦੇ ਉੱਤੇ ਵੀ ਕੋਈ ਏਡੀ ਗੱਲ ਮੈਨੂੰ ਨਹੀਂ ਲੱਗਦਾ ਕਿ ਕਿਸੇ ਪਾਰਟੀ ਨੇ ਵੀ ਬਹੁਤੀ ਸੀਰੀਅਸਲੀ ਕੀਤੀ ਹੋਵੇ। ਮੈਂ ਕੀਤੀ ਨਹੀਂ। ਐਤਕੀ ਮੁੱਦਾ ਇੱਕ ਸੀਗਾ, ਕਿਹੜੀ ਪਾਰਟੀ ਜ਼ਿਆਦਾ ਦਿੰਦੀ, ਹੂ ਗਿਵਸ ਮੋਰ ਫ੍ਰੀਜ਼। ਹਾਂਜੀ, ਉਹ ਜਿਹੜਾ ਫ੍ਰੀ ਦੇਣ ਵਾਲਾ ਕੰਮ ਹੈ ਨਾ, ਉਹਦੇ ਵੱਲ ਨੂੰ ਸਭ ਪਾਰਟੀਆਂ ਦਾ ਧਿਆਨ ਹੋ ਗਿਆ। ਉਹਨੂੰ ਲੱਗਿਆ ਇਹ ਤੇ ਲੋਕ ਬੜਾ ਪਸੰਦ ਕਰਦੇ ਨੇ ਤੇ ਲੋਕ ਵੀ, ਅਸੀਂ ਵੀ ਜਿਹੜੇ ਵੋਟਰ ਹੈਗੇ ਇੰਕਲੂਡਿੰਗ ਮਾਈਸੈਲਫ, ਅਸੀਂ ਇਹ ਨਹੀਂ ਸੋਚਦੇ ਕਿ ਫਿਊਚਰ ਦੇ ਵਿੱਚ ਸਾਡੇ ਬੱਚਿਆਂ ਨੇ, ਸਾਡੇ ਗ੍ਰੈਂਡ ਬੱਚਿਆਂ ਨੇ ਜਾ ਕੇ ਇਹ ਪੈਸੇ ਵਾਪਸ ਵੀ ਕਰਨੇ ਨੇ। ਵੀ ਡੋਂਟ ਥਿੰਕ ਅਬਾਊਟ ਦੈਟ, ਵੀ ਥਿੰਕ ਫॉर द ਪ੍ਰੈਜ਼ੈਂਟ। ਭਈ ਇਸ ਵੇਲੇ ਪੈਸਾ ਜੇਬ 'ਚ ਆ ਰਿਹਾ, ਫਿਰ ਦੇਖੀ ਜਾਏਗੀ ਬਾਅਦ ਜੋ ਹੋਏਗਾ। ਵੈਸੇ ਤੇ ਯੂਨੀਵਰਸਲ ਰੂਲ ਇਹੋ ਹੀ ਆ ਸਰ, ਜਿਹੜਾ ਉਹ ਕਹਿੰਦੇ ਆ ਵੀ ਇਸ ਕੰਮ ਦਾ ਕੀ ਭਰੋਸਾ ਆ, ਨਾ ਗਾਂ ਦਾ ਸੋਚੋ ਤੇ ਨਾ ਪਿਛਲਾ ਸੋਚੋ, ਜਿਹੜਾ ਸਮਾਂ ਲੰਘ ਰਿਹਾ ਉਹਦੇ ਬਾਰੇ ਸੋਚੋ ਤੇ ਜ਼ਿੰਦਗੀ ਨੂੰ ਆਸਾਨ ਬਣਾਓ। ਖੈਰ ਚਲੋ, ਦੇਸ਼ ਚਲਾਉਣੇ ਹੋਰ ਚੀਜ਼ ਆ ਤੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਵਿਚਾਰ ਬਣਾਉਣੇ ਹੋਰ ਚੀਜ਼ ਹੁੰਦੀ ਆ। ਅੱਛਾ ਡਾਕਟਰ ਸਾਹਿਬ, ਇੱਕ ਗੱਲ ਮੈਨੂੰ ਇਹ ਸਮਝਾਓ ਕਿ ਜਿਹੜਾ ਹੁਣ ਇਹ ਚੱਲਣ ਸ਼ੁਰੂ ਹੋ ਗਿਆ ਵੀ ਇਹ ਵੀ ਕਰਾਂਗੇ, ਇੱਕ ਨੇ ਕਿਹਾ 1 ਲੱਖ ਘਰ ਬਣਾਵਾਂਗੇ, ਦੂਜੇ ਨੇ ਕਹਿੰਦਾ 1.5 ਬਣਾਵਾਂਗੇ, ਤੀਜਾ 2.5 ਜਾਂ 3 ਵੀ ਕਹਿ ਲੂਗਾ, ਇਹ ਬਣਾਉਣਗੇ ਵੀ ਕਿ ਇੰਡੀਆ ਵਾਂਗੂ ਗੱਲਾਂ ਬਾਤਾਂ ਰਹਿਣਗੀਆਂ, ਮੁੜ ਕੇ ਚੁੱਪ ਕਰ ਜਾਣਗੇ 2.5-3 ਸਾਲ ਤੇ ਅਖੀਰਲੇ ਸਾਲ ਫਿਰ ਗੱਲ ਹੋਊਗੀ? ਪਹਿਲੀ ਗੱਲ ਤਾਂ ਹੈ ਕਿ ਗਵਰਨਮੈਂਟ ਚੱਲਣੀ ਨਹੀਂ 18 ਮਹੀਨੇ ਤੋਂ, 18 ਮਹੀਨੇ ਤੋਂ ਬਾਅਦ ਦੁਬਾਰਾ ਇਲੈਕਸ਼ਨ ਹੋਏਗਾ। ਸੋ 18 ਮਹੀਨੇ ਉਹਨਾਂ ਨੇ ਮਸਾ ਕਿਸੇ ਨਾ ਕਿਸੇ, ਨਹੀਂ ਕੋਈ ਤੁਹਾਨੂੰ ਕਿਤੇ ਵੀ ਮਾੜਾ ਮੋਟਾ ਵੀ ਨਹੀਂ ਫਰਕ ਲੱਗ ਰਿਹਾ? 1 ਹਫ਼ਤਾ ਰਹਿੰਦਾ ਜੇ ਵੀ ਕੋਈ ਮੈਜੋਰਟੀ ਚ ਭਾਵੇਂ ਕੰਜ਼ਰਵੇਟਿਵ ਆ ਜਾਣ ਜਾਂ ਥੋੜੇ ਬਹੁਤੇ ਫਰਕ ਨਾਲ ਵੀ ਨਹੀਂ ਬਣ ਸਕਦੀ? ਹੁਣ ਨਹੀਂ ਬਣ ਸਕਦੀ। ਦੇयर ਇਜ਼ ਐਬਸੋਲੂਟਲੀ ਨੋ ਚਾਂਸ ਅਨਲੈਸ ਐਂਡ ਅੰਟਿਲ ਕੋਈ ਲੀਡਰ ਹਾਂਜੀ ਅਟੂਲ ਜਾਂ ਦੇਖੋ, ਦੋ ਹੀ ਲੀਡਰਾਂ ਤੇ ਡਿਪੈਂਡ ਕਰਦਾ। ਕੋਈ ਲੀਡਰ ਅਟੂਲ ਜਾਂ ਜਸਟਿਨ ਟਰੂਡੋ ਇੰਨੀ ਮੁਨਫਤਾ ਕਰ ਦੋਏ ਕਿ ਲੋਕ ਜਿਹੜੇ ਨੇ ਅਲਟੀਮੇਟਲੀ ਟੋਟਲ ਹੀ ਉਹਦੇ ਤੋਂ ਅਲੱਗ ਹੋ, ਦੈਟਸ ਆਲ। ਲੇਕਿਨ ਇਸ ਵਕਤ ਪਾਰਟੀ ਜਿਹੜੀ ਹੈ ਉਹ ਬਿਲਕੁਲ ਮਾਈਨੋਰਿਟੀ ਬਣ ਰਹੀ ਹੈ ਔਰ ਚਾਂਸਿਸ ਇਹ ਹੈਗੇ ਨੇ 80% ਕਿ ਇਸ ਵਕਤ ਲਿਬਰਲ ਪਾਰਟੀ ਦੀ ਮਾਈਨੋਰਿਟੀ ਜਿਹੜੀ ਹੈ ਉਹ ਆ ਰਹੀ ਹੈ ਦੁਬਾਰਾ ਵਿਦ ਲੈਸ ਸੀਟਸ, ਅੱਗੇ ਨਾਲੋਂ ਘੱਟ ਸੀਟਾਂ ਨੇ। ਅੱਛਾ, ਪਰ ਡਾਕਟਰ ਸਾਹਿਬ ਜਿੱਦਾਂ ਬੜੀ ਤੇਜ਼ੀ ਨਾਲ ਇਹ ਬਦਲ ਰਿਹਾ ਸਾਰਾ ਕੁਝ, ਜਿੱਦਾਂ ਹੁਣ ਤੇ ਨੈਕ ਟੂ ਨੈਕ ਹੀ ਲੱਗ ਰਿਹਾ, 7 ਸੀਟਾਂ ਦਾ ਫਰਕ ਲੱਗ ਰਿਹਾ ਕੰਜ਼ਰਵੇਟਿਵ ਦਾ ਤੇ ਲਿਬਰਲ ਦਾ, ਤੇ ਜੇ ਬਲਾਕ ਕੁਬਿਕਾ ਵਾਲੇ ਜੇ ਥੋੜਾ ਜਿਹਾ ਗੇਨ ਕਰ ਜਾਂਦੇ ਇਹਨਾਂ ਦਿਨਾਂ 'ਚ, ਤੇ ਦੂਜੀ ਸੰਭਾਵਨਾ ਨੂੰ ਆਪਾਂ ਕਿੱਦਾਂ ਨਕਾਰ ਸਕਦੇ ਪੂਰੀ ਤਰ੍ਹਾਂ ਵੀ ਕੰਜ਼ਰਵੇਟਿਵ ਤੇ ਬਲਾਕ ਕੁਬਿਕਾ ਵਾਲੇ ਸਪੋਰਟ ਕਰਕੇ ਉਹਨਾਂ ਨੂੰ ਵੀ ਅੱਗੇ ਲੈ ਸਕਦੇ ਆ? ਜੇ ਮਤਲਬ ਲਿਬਰਲ ਪਾਰਟੀ ਨੂੰ ਲਾਉਣਾ ਹੀ ਆਇਆ ਲਿਓ ਤੇ ਫਰਕ ਤੇ ਬਹੁਤ ਥੋੜੀ ਜਿਹੀ ਸੀਟਾਂ ਤੇ ਲੱਗਦਾ ਮੈਨੂੰ। ਕਿਊਬੈਕ ਦੇ ਵਿੱਚ ਨਾ ਲਿਬਰਲ ਪਾਰਟੀ ਦੀ ਆਪਣੀ ਹੋਂਦ ਹੈ ਜੀ। ਕਿਊਬੈਕ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦੀ ਇੰਨੀ ਹੋਂਦ ਨਹੀਂ ਹੈਗੀ ਔਰ ਉੱਥੇ ਜਿਹੜੀ ਸਵਾਏ 60% ਫ੍ਰੈਂਕੋ ਲੋਕ ਨੇ, 40% ਜਿਹੜੇ ਨੇ ਉਹ ਦੂਜੇ ਲੋਕ ਨੇ। ਉਹਨਾਂ ਤੇ ਇਫੈਕਟ ਤੁਸੀਂ ਪਾ ਸਕਦੇ ਕਿ ਨਹੀਂ ਜੀ ਤੁਸੀਂ ਸਾਨੂੰ ਇਹਨਾਂ ਨੂੰ ਵੋਟ ਪਾ ਦਿਓ, ਉੱਥੇ ਕੰਮ ਨਹੀਂ ਚੱਲ ਸਕਦਾ। ਹਾਂ, ਇਹ ਗੱਲ ਜ਼ਰੂਰ ਹੋ ਸਕਦੀ ਹੈ ਕਿ ਜਿਹੜੀਆਂ ਅੱਗੇ 32 ਸੀਟਾਂ ਸੀਗੀਆਂ, ਦੇਖੋ ਨਾ, ਉਹਨੂੰ ਤਾਂ ਆਪਣੀ ਵੈਲਿਊ ਹੀ ਹੈ ਅਸਲੇ। ਮੈਂ ਮਤਲਬ 3rd ਲਾਰਜੈਸਟ ਪਾਰਟੀ ਆਵਾਂ
और थर्ड लार्जेस्ट पार्टी इसलिए एनडीपी बन रही है। और थर्ड लार्जेस्ट पार्टी बन रही है एक्चुअली अगर 18 महीने भी गवर्नमेंट चलनी है तो उन्होंने ना मिलकर चलानी पैनी है ना। ਜਾਨੀ ਕਿ ਅਗਲੇ 18 ਮਹੀਨੇ ਵੀ ਕਿੰਗ ਮੇਕਰ ਜਿਹੜੇ ਐਨਡੀਪੀ ਵਾਲੇ ਰਹਿਣਗੇ ਜਗਮੀਤ ਹੋਰੀ? ਉਹ ਕਿੰਗ ਮੇਕਰ ਨਹੀਂ ਹੁੰਦੇ ਉਹ ਉਹਨਾਂ ਨੂੰ ਕਿੰਗ ਮੇਕਰ ਨਹੀਂ ਕਹਿੰਦੇ। ਕਿੰਗ ਮੇਕਰ ਉਹ ਹੁੰਦੇ ਨੇ ਇੱਥੋਂ ਦਾ ਕਨਸਟੀਟਿਊਸ਼ਨ ਹੈ। देखिए किंग मेकर की ਹੁੰਦਾ कि क्यूबेका पार्टी और कंजरवेटिव पार्टी मिल के कहे लो ਸਾਡੇ ਕੋਲ 170 ਵੋਟਾਂ ਨੇ ਸਾਨੂੰ ਤੁਸੀਂ ਬਣਾਓ ਪ੍ਰਾਈਮ ਮਿਨਿਸਟਰ। ਇੱਥੇ ਉਹ ਨਹੀਂ ਹੁੰਦਾ। ਇੱਥੇ ਪਿਛਲੀ ਵਾਰੀ ਐਨਡੀਪੀ ਨੇ ਬੜੀ ਕੋਸ਼ਿਸ਼ ਕੀਤੀ ਸੀਗੀ ਕਿ ਅਸੀਂ ਪਾਰਟੀ ਦੇ ਅਸੀਂ ਮਤਲਬ ਵਿੱਚ ਗਵਰਨਮੈਂਟ ਦੇ ਸ਼ਾਮਲ ਹੋ ਕੇ ਕਰੀਏ। ਸੋ ਕੰਮ ਖਤਮ ਹੋ ਗਿਆ। ਇਦਾਂ ਨਹੀਂ ਇੱਥੇ ਹੁੰਦਾ। ਸੋ ਇਹੋ ਹੀ ਤਰੀਕਾ ਜਿਹੜਾ ਹੈ ਯਾਨੀ ਕਿ ਮਿਲੀ ਜੁਲੀ ਸਰਕਾਰ ਪੰਜਾਬੀ 'ਚ ਜੇ ਕਹੀਏ ਤੇ ਉਹ ਨਹੀਂ ਬਣ ਸਕਦੀ ਇੱਥੇ। ਨਹੀਂ ਬਣ ਸਕਦੀ। ਬਣੇਗੀ ਇੱਕੋ ਪਾਰਟੀ ਦੀ, ਚਾਹੇ ਮਿਨੋਰਟੀ 'ਚ ਹੋਵੇ, ਜਿਸ ਤਰ੍ਹਾਂ ਮਰਜ਼ੀ ਹੋਵੇ, ਜਿਹੜੀ ਉਹ ਵੱਧ ਸੀਟਾਂ ਹੋਣਗੀਆਂ ਉਹਦੀ ਮਿਨੋਰਟੀ ਹੋਏਗੀ। ਬਿਲਕੁਲ ਡੈਫੀਨਿਟਲੀ ਜਿਹਦੀ ਵੀ ਇੱਕ ਸੀਟ ਜ਼ਿਆਦਾ, ਜਿਹਦੀ ਵੀ ਇੱਕ ਸੀਟ ਜ਼ਿਆਦਾ ਹਾਂ ਹਾਂ ਉਸ ਪਾਰਟੀ ਦਾ ਪ੍ਰਾਈਮ ਮਿਨਿਸਟਰ। ਅੱਛਾ, ਜੇ ਵਾਈਸ ਵਰਸਾ ਆਪਾਂ ਸੋਚ ਲਈਏ, ਕੰਜ਼ਰਵੇਟਿਵ ਪਾਰਟੀ 2 ਸੀਟਾਂ ਦਾ 1 ਸੀਟ ਵੱਧ ਲੈ ਜਾਂਦੀ ਆ ਤੇ ਉਹਨੂੰ ਐਨਡੀਪੀ ਜਾਂ ਦੂਜੀਆਂ ਸਪੋਰਟ ਕਰਨਗੀਆਂ ਤਾਂ ਹੀ ਬਣੇਗੀ ਨਾ ਸਰ। ਬਲਾਕ ਕਿਊਬੇਕ 100%। ਉਹੀ ਤਾਂ ਮੈਂ ਕਹਿ ਰਿਹਾ ਸੀਗਾ ਪਹਿਲਾਂ, ਇਹੋ ਮੇਰਾ ਕੁਐਸਚਨ ਸੀਗਾ ਕਿ ਬਲਾਕ ਕਿਊਬੇਕ ਦੂਜਾ ਸਿਨੈਰੀਓ ਵੀ ਤਾਂ ਬਣ ਸਕਦਾ ਨਾ। ਹਾਂ ਬਿਲकुल ब्लॉक क्यूबिका 100% सपोर्ट करेगी क्योंकि ब्लॉक क्यूबिका इज ए पार्ट ऑफ द फ्रेंच क्यूबेक गवर्नमेंट एट दिस मोमेंट। और क्यूबेक गवर्नमेंट ने लगार्ड ने किया द 2 वर्स्ट पार्टीज इन कैनेडा इज लिबरल एंड द एनडीपी। ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ ਕਿ ਉਹਦੇ 'ਚ ਹੋ ਸਕਦਾ ਇਹਨਾਂ ਨੂੰ ਕੰਜ਼ਰਵੇਟਿਵ ਨੂੰ 2-4 ਪਾਰਟੀਆਂ ਦਾ ਫਰਕ, 2-4 ਸੀਟਾਂ ਦਾ ਫਰਕ ਪੈ ਗਿਆ। ਅੱਛਾ ਡਾਕਟਰ ਸਾਹਿਬ, ਜਿਹੜੀ ਬਲਾਕ ਕਿਊਬੇਕਾ ਪਾਰਟੀ ਆ, ਇੱਕ ਤੇ ਉਹ ਚਲੋ ਮੌਂਟਰੀਅਲ ਨੂੰ ਵੱਖਰਾ, ਇਹਨੂੰ ਕਿਊਬੇਕ ਨੂੰ ਵੱਖਰਾ ਮੁਲਕ ਬਣਾਉਣ ਦੀ ਗੱਲ ਹਮੇਸ਼ਾ ਹੀ ਕਰਦੀ ਆਈ ਆ। ਅਸੀਂ ਜਦੋਂ ਇੰਡੀਆ ਹੁੰਦੇ ਉਦੋਂ ਇਹ ਗੱਲਾਂ ਸੁਣਦੇ ਹੁੰਦੇ ਸੀ ਜੀ, ਉੱਥੇ ਵੀ ਇਹੋ ਕੁਝ ਚੱਲਦਾ। ਪਰ ਦੂਜਾ ਉਹਨਾਂ ਦਾ ਆਈਡੀਓਲੋਜੀ ਇਕੱਲੀ ਕੰਜ਼ਰਵੇਟਿਵ ਪਾਰਟੀ ਨਾਲੋਂ ਕੀ ਜ਼ਿਆਦਾ ਫਰਕ ਹੈ? ਇੱਕ ਤੇ ਚਲੋ ਆਪਣੀ ਲੈਂਗੁਏਜ ਦੇ ਉੱਤੇ ਉਹ ਬੜਾ ਪਹਿਰਾ ਦਿੰਦੇ ਨੇ, ਇੱਕ ਉਹ ਆਪਣਾ ਫਰਾਂਸ ਵਾਲ ਨੂੰ ਜਿਸ ਤਰ੍ਹਾਂ ਉੱਥੇ ਚੱਲਦੇ ਆ ਸਿਵਲ ਕੋਡ ਉਦਾਂ ਦੇ ਬਣਾਉਣਾ ਚਾਹੁੰਦੇ ਆ। ਉਸ ਤੋਂ ਇਲਾਵਾ ਉਹਨਾਂ ਦੀ ਆਈਡੀਓਲੋਜੀਕਲੀ ਕੰਜ਼ਰਵੇਟਿਵ ਪਾਰਟੀ ਨੂੰ ਕੋਈ ਫਰਕ ਹੈ ਬਹੁਤਾ? ਉਹਨਾਂ ਦੀ ਆਈਡੀਓਲੋਜੀ ਜਿਹੜੀ ਹੈ ਕੰਜ਼ਰਵੇਟਿਵ ਤੋਂ ਬਹੁਤ ਅਲੱਗ। ਹਾਂ, ਦੇ ਆਰ ਬੇਸਿਕਲੀ ਸੋਸ਼ਲਿਸਟ। ਅੱਛਾ ਜੀ। ਫਰਾਂਸ ਦੇ ਹਿਸਾਬ ਨਾਲ ਚੱਲਦੇ ਨੇ। ਜਿਹੜੀ ਇਸ ਵਕਤ ਵੀ ਉੱਥੇ ਪਾਰਟੀ ਹੈਗੀ ਹੈ ਹਾਂਜੀ, ਮਤਲਬ ਇਸ ਵੇਲੇ ਵੀ ਉਹ ਪਾਰਟੀ ਕਿਊਬੇਕਾ ਰੂਲ ਨਹੀਂ ਕਰ ਰਹੀ ਹਾਂਜੀ। ਉਹ ਜਿਹੜੀ ਉਹ ਹੈਗੀ ਆ ਉਹ ਲੋਕਲ ਪਾਰਟੀ ਆ ਸਟੇਟ ਦੀ। ਅੱਛਾ, ਇਹਨਾਂ ਨੇ ਆਪਸ 'ਚ ਫੈਸਲਾ ਕੀਤਾ ਹੈ ਕਿ ਪਾਰਟੀ ਕਿਊਬੇਕਾ ਤੂੰ ਫੈਡਰਲ ਇਲੈਕਸ਼ਨ ਲੜ, ਅਸੀਂ ਇੱਥੋਂ ਦੇ ਲੋਕਲ ਲੱਗ। ਪਿਛਲੀ ਵਾਰੀ ਪਾਰਟੀ ਕਿਊਬੇਕਾ ਨੇ ਵੀ ਇਲੈਕਸ਼ਨ ਲੜਿਆ, ਲੇਕਿਨ ਜਿਹੜੀ ਲਗਾਰਡ ਦੀ ਪਾਰਟੀ ਹੈ ਜੀ ਉਹ ਬੜੀ ਮੈਜੋਰਟੀ ਨਾਲ ਜਿੱਤ ਗਈ। ਜਿਸ ਤਰ੍ਹਾਂ ਇਕੋਨਮੀ 'ਚ ਕੋਈ ਫਰਕ ਨਹੀਂ ਹੈ। ਇਕੋਨਮੀ ਦੀ ਥਿੰਕਿੰਗ ਹੋ ਰਹੀ ਹੈ, लेकिन हाँ पोलिटिकल और सोशल लेवल दे विच दे आर मोर सोशलिस्ट। दे आल्सो बिलीव इन गिविंग। देखो बड़ा लक्की है क्यूबेक दे कोल नैचुरल रिसोर्सिस किते ही ज़्यादा ने ईवन दैन ओंटेरियो। पॉपूलेशन उन्हां दी जिहड़ी है अद्धी है ओंटेरियो नालों। और जिहड़ा उन्हां दा हाइड्रो क्यूबेक हाइड्रो चैनल हाइड्रो प्रोजैक्ट बनिया दा वो इन्नी बिजली क्रिएट करता है कि जिथे क्यूबेक नूं पूरी नूं ਉਹ ਮਤਲਬ ਲੁੱਕ ਆਫਟਰ ਕਰਦਾ, ਉੱਥੇ ਈਸਟਰਨ ਪ੍ਰੋਵਿੰਸਿਸ ਨੂੰ ਤੇ ਅਮਰੀਕਾ ਨੂੰ ਵੀ ਉਹ ਮਤਲਬ ਬਿਜਲੀ ਦੇ ਕੇ ਪੈਸੇ ਕਮਾਉਂਦੇ। ਸੋ ਦੇ ਆਰ ਲੱਕੀ ਇਨ ਸਰਟਨ ਥਿੰਗਸ। ਅੱਛਾ, ਪਰ ਜਿਹੜਾ ਉਹਨਾਂ ਦੇ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਬੜੇ ਸੋਸ਼ਲਿਸਟ ਨੇ, ਪਰ ਜਿਹੜੇ ਉਹ ਪ੍ਰੋਗਰਾਮ ਬਣਾਉਂਦੇ ਨੇ ਜਿੱਦਾਂ C21 ਦੀ ਗੱਲ ਕਰਦੇ ਆ, ਉਹ 'ਚ ਥੋੜ੍ਹਾ ਜਿਹਾ ਡਿਸਕ੍ਰਿਮੀਨੇਸ਼ਨ ਵਰਗਾ ਤੇ ਕੰਮ ਹੁੰਦਾ ਹੀ ਆ ਉਹਨਾਂ ਦਾ। ਤੇ ਉਹ ਜਿਹੜੀ ਚੀਜ਼ ਆ ਉਹਨੂੰ ਤੁਸੀਂ ਕਿਸ ਤਰ੍ਹਾਂ ਸੋਸ਼ਲਿਸਟ ਕਹਿ ਰਹੇ ਹੋ ਕਿ ਉਹ ਸੋਸ਼ਲਿਸਟ ਪੈਟਰਨ ਤੇ ਆ? ਸੋਸ਼ਲਿਸਟ ਕਹਿੰਦੇ ਆ ਕਿ ਸਾਰੇ ਬਰਾਬਰ ਹੁੰਦੇ ਆ, ਕਿਸੇ ਨਾਲ ਭਿੰਨ ਭੇਦ ਹੋਣਾ ਹੀ ਨਹੀਂ ਚਾਹੀਦਾ। ਤੇ ਦੂਜੇ ਪਾਸੇ ਜੇ ਉਹ ਆਪਣਾ C21 ਦੀ ਡਿਬੇਟ 'ਚ ਆਇਆ, ਉਹਦੀ ਬਹੁਤੀ ਆਪਾਂ ਗੱਲ ਨਹੀਂ ਕਰ ਸਕੇ ਪ੍ਰੋਗਰਾਮ 'ਚ, ਉਹਦੀ ਚਰਚਾ ਕਿਉਂ ਤੇ ਕੀ ਉੱਤੇ ਪੁਆਇੰਟ ਉਠਾਏ ਗਏ ਸੀਗੇ ਜੀ? नहीं देखो बेसिकली की है C120 ਜਿਹੜੀ ਪ੍ਰੋਬਲਮ ਹੈਗੀ ਹੈ ਨਾ, ਜਿਹੜਾ ਕਿਊਬੈਕ ਹੈ ਉਹ ਕੀ ਸੋਚਦਾ? ਆਪਾਂ ਇਹਦੇ ਪਹਿਲਾਂ ਬਾਰੇ ਸੋਚੋ। ਕਿਊਬੈਕ ਸੋਚਦਾ ਆਪਣੀ ਆਈਡੈਂਟਿਟੀ ਦੇ ਬਾਰੇ। ਕਿਊਬੈਕ ਸੋਚਦਾ ਕਿ ਅਗਰ ਸਾਡੀ ਆਈਡੈਂਟਿਟੀ ਖਤਮ ਹੋ ਗਈ ਤੇ ਸਾਡੀ ਹੋਂਦ ਖਤਮ ਹੋ ਜਾਣੀ। ਇਸ ਕਰਕੇ ਉਹ C20 ਲੈ ਕੇ ਆਏ ਸੀਗੇ, ਜਿਹਦੇ ਵਿੱਚ ਫ੍ਰੈਂਕੋਫੋਨਸ ਜਿਹੜੇ ਨੇ ਉਹਨਾਂ ਦੀ ਮੈਜੋਰਟੀ ਰਵੇ ਔਰ ਉਹੀ ਅੱਗੇ ਵਧਣ। ਉਹਨਾਂ ਨੇ ਹਰ ਪਾਸੋਂ ਇਹ ਕੋਸ਼ਿਸ਼ ਕਰਨੀ ਹੈ
ਕਿ ਅਸੀਂ ਹੋਰਾਂ ਜਿਹੜੀਆਂ ਮਤਲਬ ਜਿਹੜੇ ਫ੍ਰੈਂਚ ਬੋਲਣ ਵਾਲੇ ਇਲਾਕੇ ਨੇ ਉੱਥੋਂ ਹੀ ਜ਼ਿਆਦਾ ਇਮੀਗ੍ਰੈਂਟਸ ਆਉਣ, ਹੋਰ ਕਿਸੇ ਪਾਸੋਂ ਜ਼ਿਆਦਾ ਨਾ। ਦੈਟਸ ਨੰਬਰ 1। ਨੰਬਰ 2, ਉਹਨਾਂ ਦੀ ਜਿਹੜੀ ਸੋਚ ਹੈਗੀ ਹੈ ਨਾ ਇਸ ਵਕਤ, ਉਹ ਸੋਸ਼ਲਿਸਟ ਸੋਚ ਦਾ ਇਹ ਨਹੀਂ ਮਤਲਬ ਹੈਗਾ। ਈਵਨ ਫਰਾਂਸ ਦੇ ਵਿੱਚ ਵੀ ਐਸੇ ਇਹੋ ਜਿਹੇ ਕਾਨੂੰਨ ਬਣਨੇ ਸ਼ੁਰੂ ਹੋ ਗਏ ਨਾ ਕਿ ਉਹਨਾਂ ਨੇ ਕਿਹਾ ਕਿ ਬੁਰਕਾ ਪਾਏ ਨਹੀਂ ਜ਼ਿਆਦਾ। ਬਿਲਕੁਲ। ਸੋ ਉਹ ਹਾਲਾਂਕਿ ਉਹ ਸੋਸ਼ਲਿਸਟ ਕੰਟਰੀ ਹੈ, ਸੋਸ਼ਲਿਸਟ ਸੈਂਸ ਇਨ ਦੀ ਮਤਲਬ ਇਕਨੋਮਿਕਲ ਲੋਕਲ ਵਿਵਹਾਰ ਦੇ ਵਿੱਚ, ਹੈਲਥ ਵਾਈਜ਼ ਜੀ, ਇਕਨੋਮਿਕਲੀ, ਯਾਨੀ ਕਿ ਸੋਸ਼ਲ ਪ੍ਰੋਗਰਾਮ ਜ਼ਿਆਦਾ ਨੇ ਉਹਨਾਂ ਕੋਲ। ਹਾਂ, ਮੈਂ ਸਮਝ ਸਕਦਾ ਇਹ ਗੱਲ। ਹਾਂ, ਉਹਨੂੰ ਅਸੀਂ ਦੂਜੀ ਤਰ੍ਹਾਂ ਨਾ ਲਈਏ ਕਿ ਸੋਸ਼ਲਿਸਟ ਤਰ੍ਹਾਂ ਦਾ ਜਿੱਦਾਂ ਸੋਵੀਅਤ ਯੂਨੀਅਨ ਸੀ, ਉਦਾਂ ਦਾ ਨਹੀਂ ਲੈਂਦੇ। ਹਾਂ, ਮਤਲਬ ਤੁਸੀਂ ਕਹਿ ਸਕਦੇ ਹੋ ਕਿ ਪ੍ਰੋ ਪੀਪਲ ਉਹਨਾਂ ਦੀ ਇਕਨੋਮੀ ਜਿਹੜੀ ਹੈ ਨਾ ਉਹ ਹੁੰਦੀ ਹੈ, ਔਰ ਪ੍ਰੋ ਪੀਪਲ ਇਹਨਾਂ ਦੀ ਵੀ ਇਕਨੋਮੀ ਹੈਗੀ ਹੈ ਪੇਪਰ ਦੇ ਵਿੱਚ ਵੀ, ਲੇਕਿਨ ਪ੍ਰੋ ਲੈਂਗੁਏਜ, ਪ੍ਰੋ ਫ੍ਰੈਂਚ ਐਂਡ ਪ੍ਰੋ ਫ੍ਰੈਂਕੋ ਇਜ਼ देयर फर्स्ट मतलब ਇਸ ਵਕਤ ਪ੍ਰੈਫਰੈਂਸ ਉਹਨਾਂ ਦੀ। ਹਾਂਜੀ, ਪ੍ਰੈਫਰੈਂਸ ਵੀ ਇਹ ਪਹਿਲਾਂ। ਸੋ ਡਾਕਟਰ ਸਾਹਿਬ, ਰਹਿ ਗਿਆ 1 ਹਫ਼ਤਾ। ਉਮੀਦ ਕਰਦੇ ਹਾਂ ਕਿ 1 ਹਫ਼ਤੇ ਤੋਂ ਬਾਅਦ ਫਿਰ ਆਪਾਂ ਇੱਕ ਮਿਨੋਰਟੀ ਸਰਕਾਰ ਵੇਖਾਂਗੇ ਤੇ 18 ਮਹੀਨਿਆਂ ਬਾਅਦ ਫਿਰ ਇੱਕ ਇਲੈਕਸ਼ਨ ਜਿਹੜੀ ਹੈ ਉਹ 'ਚ ਜਾਵਾਂਗੇ। ਸਮਾਂ ਹੋ ਸਕਦਾ ਹੈ ਕਿ 18 ਮਹੀਨੇ ਵੀ ਨਾ ਚੱਲੇ, ਕਿਉਂਕਿ ਐਤਕੀ ਬਹੁਤ ਜ਼ਿਆਦਾ ਡਿਫਰੈਂਸ ਕ੍ਰੀਏਟ ਹੋ ਗਏ ਨੇ ਪੋਲੀਟੀਕਲ ਪਾਰਟੀਆਂ ਦੇ ਵਿੱਚ। ਹਾਂਜੀ, ਸੋ ਲੈਟ ਅਸ ਸੀ ਫॉर द बेटर ऑफ कैनेडा, फॉर द बेटर ऑफ पीपल, गवर्नमेंट ਜਿਹੜੀ ਉਹਨੂੰ ਕਮ ਸੇ ਕਮ 2 ਸਾਲ ਦੂਰ ਚੱਲਣਾ ਚਾਹੀਦਾ। ਵੈਸੇ ਮੈਂ ਆਈ ਪ੍ਰੈਫਰ ਮਾਈਨੋਰਿਟੀ ਗਵਰਨਮੈਂਟਸ ਦੇ ਵਿੱਚ ਲੋਕਾਂ ਦੇ ਜ਼ਿਆਦਾ ਫਾਇਦੇ ਹੁੰਦੇ ਨੇ। ਬਿਲਕੁਲ, ਮੈਜੋਰਿਟੀ ਗਵਰਨਮੈਂਟ ਹਮੇਸ਼ਾ ਹੁੰਦਾ ਡਾਕਟਰ ਸਾਹਿਬ, ਬਿਲਕੁਲ ਹੁੰਦਾ। ਵੀਕ ਸਰਕਾਰ ਹੋਵੇ ਤੇ ਉਹ ਡਰ ਕੇ ਕੰਮ ਕਰਦੀ ਆ ਔਰ ਲੋਕਾਂ ਦਾ ਕੁਛ ਨਾ ਕੁਛ ਉਹ 'ਚ ਹੋ ਜਾਂਦਾ, ਪਰ ਫਿਰ ਅਲਟੀਮੇਟਲੀ ਗੱਲ ਹੋ ਜਾਂਦੀ ਵੀ ਕੰਟਰੀ ਨੂੰ ਨੁਕਸਾਨ ਜ਼ਰੂਰ ਹੋ ਜਾਂਦਾ ਹੈ ਕਿ ਲੌਂਗ ਟਰਮ ਪਾਲਿਸੀਜ਼ ਨਹੀਂ ਬਣ ਪਾਉਂਦੀਆਂ। ਨਹੀਂ ਬੰਦੀ ਨਹੀਂ ਆਈ। ਚਲੋ, ਐਨੀਵੇ, ਲੈਟਸ ਹੋਪ ਫॉर द बेस्ट। ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ, ਥੈਂਕ ਯੂ ਵੈਰੀ ਮਚ। ਜਿੰਨੇ ਵੀ ਸਾਡੇ ਦਰਸ਼ਕ ਨੇ ਪੰਜਾਬੀ ਦੁਨੀਆ ਦੇ, ਉਹਨਾਂ ਨੂੰ ਮੈਂ ਇਹੀ ਰਿਕੁਐਸਟ ਕਰਾਂਗਾ ਕਿ ਪਲੀਜ਼ ਇਸ ਪ੍ਰੋਗਰਾਮ ਨੂੰ ਜ਼ਰੂਰ ਸਪਾਂਸਰ ਕਰਿਆ ਕਰੋ, ਇਸ ਨੂੰ ਲਾਈਕ ਕਰਿਆ ਕਰੋ, ਲਾਈਕ ਦਾ ਬਟਨ ਦਬਾਇਆ ਕਰੋ, ਇਸ ਨੂੰ ਆਪਣੇ ਸੋਸ਼ਲ ਮੀਡੀਆ, ਜਿਹੜੇ ਤੁਹਾਡੇ ਆਪਣੇ ਪ੍ਰਾਈਵੇਟ ਸੋਸ਼ਲ ਮੀਡੀਆ ਨੇ, ਉਹਨਾਂ 'ਤੇ ਵੀ ਜ਼ਰੂਰ ਪਾਇਆ ਕਰੋ ਤਾਂ ਕਿ ਹੋਰ ਮੈਂਬਰ ਇਹਨਾਂ ਨੂੰ ਦੇਖ ਸਕਣ। ਔਰ ਤੀਜੀ ਬਹੁਤ ਇੰਪੋਰਟੈਂਟ ਚੀਜ਼ ਹੈ, ਅਸੀਂ ਰਿਕੁਐਸਟ ਕਰਾਂਗੇ ਤੁਹਾਨੂੰ ਪੰਜਾਬੀ ਦੁਨੀਆ ਦੀ ਮੈਨੇਜਮੈਂਟ ਵੱਲੋਂ, ਹਰਜੀਤ ਜੀ ਵੱਲੋਂ, ਹਾਂਜੀ, ਆਪਣੇ ਜੋਤੀ ਹਰਾ ਵੱਲੋਂ, ਮੇਰੇ ਵੱਲੋਂ, ਕਿ ਵੋਟ ਦਾ ਇਸਤੇਮਾਲ ਜ਼ਰੂਰ ਕਰਨਾ, ਵੋਟ ਜ਼ਰੂਰ ਪਾਣੀ ਹੈ। ਹੋਰ ਭਾਵੇਂ ਤੁਸੀਂ ਕੁਝ ਕਰੋ ਜਾਂ ਨਾ ਕਰੋ, ਜਿਹਨੂੰ ਮਰਜ਼ੀ ਵੋਟ ਪਾਓ। ਆਈ ਮੀਨ ਵੀ ਡੋਂਟ ਕੇਅਰ, NDP, ਲਿਬਰਲ ਸਭ ਇੱਕੋ ਥਾਲੀ ਦੇ ਚੱਟੇ ਬੱਟੇ ਨੇ ਮੇਰੀ ਨਜ਼ਰ ਦੇ ਵਿੱਚ। ਸੋ ਜਿਹਨੂੰ ਮਰਜ਼ੀ ਵੋਟ ਪਾਓ, ਪਰ ਵੋਟ ਦਾ ਇਸਤੇਮਾਲ ਜ਼ਰੂਰ। ਬਹੁਤ ਵਧੀਆ ਮੈਸੇਜ ਡਾਕਟਰ ਸਾਹਿਬ। ਬਿਲਕੁਲ, ਜਿੱਥੇ ਵੋਟ ਨਹੀਂ ਪਾਉਣ ਨੂੰ ਮਿਲਦੀ ਲੋਕਾਂ ਨੂੰ, ਉੱਥੇ ਲੋਕ ਜਦੋਜਹਿਦ ਕਰ ਰਹੇ ਨੇ। ਸਾਡੇ ਕੋਲੇ ਬੜਾ ਵੱਡਾ ਅਧਿਕਾਰ ਹੈ, ਬੜੀਆਂ ਸੰਘਰਸ਼ਾਂ ਤੋਂ ਬਾਅਦ ਮਿਲਿਆ ਅਧਿਕਾਰ ਹੈ ਜੇ ਕਹਿ ਲਿਆ ਜਾਵੇ ਤਾਂ। ਸੋ ਇਹਦੀ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ। ਜਿਵੇਂ ਡਾਕਟਰ ਸਾਹਿਬ ਨੇ ਕਿਹਾ, ਵੋਟ ਆਪਾਂ ਜ਼ਰੂਰ ਪਾਈਏ ਜਿਹਨੂੰ ਮਰਜ਼ੀ, ਜਿੱਥੇ ਤੁਹਾਡਾ ਮਨ ਲੱਗਦਾ ਉੱਥੇ ਵੋਟ ਪਾਓ, ਪਰ ਵੋਟ ਦਾ ਅਧਿਕਾਰ ਜਿਹੜਾ ਹੈ ਬੜਾ ਔਖਾ ਮਿਲਿਆ ਹੋਇਆ ਹੈ, ਇਹਨੂੰ ਜ਼ਰੂਰ ਤੁਸੀਂ ਪ੍ਰੈਕਟਿਸ ਵਿੱਚ ਲਿਆਓ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ ਸਰ, ਗੁੱਡ ਨਾਈਟ ਟੂ ਐਵਰੀਵਨ। ਥੈਂਕ ਯੂ ਸਰ।